लॉकडाउन जरूर लाना पऊगा, नहीं जाना तो उत्ते कुछ नहीं गा। ਆਪਾਂ ਲੱਖਾਂ ਦੇ ਤਾਦਾਦ 'ਚ ਕਿੱਥੋਂ ਆਕਸੀਜਨ ਸਿਲੰਡਰ ਤੇ ਆਪਾਂ ਇਹ ਪ੍ਰਬੰਧ ਆ ਜਿਹੜੇ ਕਰ ਦਾਂਗੇ। ਹਸਪੀਟਲ ਇਹੋ ਜਿਹੇ ਕਿਹੜੇ ਹਸਪੀਟਲ ਨੇ ਜਿੱਥੇ ਲੱਖਾਂ ਬੰਦਾ ਹੈ। ਇਸ ਕਰਕੇ ਮੈਂ ਇਹ ਕਹਿ ਰਿਹਾ ਸੀ ਹੱਥ ਜੋੜ ਕੇ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਨੂੰ, ਮੁੱਖ ਮੰਤਰੀ ਸਾਹਿਬ ਨੂੰ, ਕਈ ਲੋਕ ਠੀਕ ਆ ਕਾਰੋਬਾਰ 'ਚ ਬੜਾ ਨੁਕਸਾਨ ਹੋਇਆ, ਪਰ ਇਸ ਚੇਨ ਨੂੰ ਤੋੜਨ ਲਈ ਲॉकडाउन करना पैना है। वो तो बगैर होर कोई गुजारा नहीं गा। 21 दिन मतलब जे ਆਪਾਂ ਇਹ ਲੌਕਡਾਊਨ 21 ਦਿਨ ਦਾ ਨਾਂ ਲਾਇਆ ਤਾਂ ਆਪਾਂ 21 ਸਾਲ ਪਿੱਛੇ ਪੈ ਜਾਵਾਂਗੇ। ਉਹ ਤੁਸੀਂ ਜਿਹੜਾ ਸਿਲੰਡਰ 2000 ਦਾ ਉਹਨੂੰ ਤੁਸੀਂ 5000 20,000 ਰੁਪਈਆ ਤੁਸੀਂ ਲੈ ਰਹੇ ਹੋ। ਕਿੱਧਰ ਗਈ ਆ ਤੁਹਾਡੀ ਅਕਲ? ਦੇਖੋ ਬਹੁਤ ਹੀ ਹਾਲਾਤ ਨੇ ਜਿਹੜੇ ਉਹ ਗੰਭੀਰ ਨੇ। ਤੁਸੀਂ ਮੇਰੇ ਤੋਂ ਵੱਧ ਜਾਣਦੇ ਹੋ, पर हर इंसान की अपनी जिम्मेवारी आ। जो मैं पिछले दिनों मीटिंग्स करके ਜਾਂ ਅੱਜ लगातार ਗੱਲਾਂ ਹੋਈਆਂ, ਚਾਹੇ ਪ੍ਰਾਈਮ ਮਿਨਿਸਟਰ ਮੀਟਿੰਗਸ ਲੈ ਰਹੇ ਆ, ਚਾਹੇ ਚੀਫ ਮਿਨਿਸਟਰ ਅੱਜ ਆਪਣੇ ਪੰਜਾਬ ਦੇ ਹੁਣੀ ਕੁਝ ਚਿਰ ਪਹਿਲਾਂ ਕੋਵਿਡ ਬਾਰੇ ਗੱਲਬਾਤ ਕੀਤੀ ਆ। ਮੇਰੀ ਹੁਣੀ ਤੁਹਾਡੇ ਨਾਲ ਗੱਲ ਕਰਨ ਤੋਂ ਪਹਿਲਾਂ ਆਪਣੇ ਮੰਤਰੀ ਬਲਬੀਰ ਸਿੰਘ ਸਿੱਧੂ ਜੀ ਹੈਲਥ ਮਿਨਿਸਟਰ, ਉਹਨਾਂ ਨਾਲ ਗੱਲ ਹੋਈ, ਦਿੱਲੀ 'ਚ ਹੋਰ ਲੋਕਾਂ ਨਾਲ ਗੱਲ ਹੋਈ, DC ਸਾਹਿਬ ਨਾਲ ਗੱਲ ਹੋਈ। ਇਹ ਗੱਲਾਂ ਸਭ ਕੁਝ ਠੀਕ ਆ। ਇਹ ਗੱਲ ਆਪਾਂ ਇੱਕ ਦੂਜੇ ਤੇ ਸਿੱਟ ਸਕਦੇ ਹਾਂ, ਬਹੁਤ ਸੌਖਾ ਇਹ ਕੰਮ ਕਰਨਾ ਵੀ ਨਹੀਂ ਜੀ ਇਹ ਕੰਮ ਤਾਂ ਸਰਕਾਰ ਦਾ ਸੀ, ਸੂਬਾ ਸਰਕਾਰ ਦਾ, ਨਹੀਂ ਜੀ ਇਹ ਤਾਂ ਸੈਂਟਰ ਸਰਕਾਰ ਦਾ ਸੀ, ਇਹ MP ਦਾ ਸੀ, MLA ਦਾ ਸੀ। ਉਹ ਗੱਲਾਂ ਬਿਲਕੁਲ ਵਾਜਬ ਨੇ, ਤੁਹਾਡਾ ਕਰਨਾ ਬਣਦਾ। ਪਰ ਇਹ ਜਿਹੜੀ ਹੈ ਨਾ, ਇਹਨੂੰ ਮਹਾਮਾਰੀ ਕਿਉਂ ਕਹਿੰਦੇ ਆ, ਕਿਉਂ ਇਹ ਮਹਾਮਾਰੀ ਹੈ, ਇਹਦੇ ਬਾਰੇ ਕਿਸੇ ਨੂੰ ਕੁਝ ਪਤਾ ਹੀ ਨਹੀਂ। ਹੁਣ ਪਿਛਲੀ ਵਾਰ ਆਪਾਂ ਨੂੰ ਜਦੋਂ ਇਹ ਆਇਆ, ਆਪਾਂ ਨੂੰ ਪਤਾ ਸੀ, ਆਪਾਂ ਕਦੇ ਮਾਸਕ ਜਿਹੜੇ ਆ ਉਹਦੀ ਲੋੜ ਪਈ ਸੀ ਵੀ ਮਾਸਕ ਵੀ ਕੋਈ ਚੀਜ਼ ਲਾਉਣੀ ਹੈ। ਸੈਨੀਟਾਈਜ਼ਰ ਆ ਲਈ ਬੈਠੇ ਆ, ਹੱਥਾਂ 'ਚ ਨਾਲ ਰੱਖੇ ਆ, ਗੱਡੀਆਂ ਕਾਰਾਂ 'ਚ, ਕਦੇ ਆਪਾਂ ਨੂੰ ਸੀ ਪਤਾ ਵੀ ਇਹਦੀ ਲੋੜ ਪੈ ਜਾਏਗੀ। ਹੁਣ ਇੱਕਦਮ ਜਦੋਂ ਲੋੜ ਪਈ ਤੇ ਦੁਕਾਨਾਂ ਤੇ ਜਾਂ ਫੈਕਟਰੀਆਂ 'ਚ ਇਹਦੀ ਘਾਟ ਹੋਣੀ ਸੀ। ਚਲੋ ਉਦੋਂ ਆਪਾਂ ਜਿਵੇਂ ਮਰਜ਼ੀ ਆਪਣੇ ਦੇਸ਼ ਨੇ ਇਹ ਗੱਲਾਂ ਜਿਹੜੀਆਂ ਤੁਸੀਂ ਉਹ ਸਮਝੇ, ਪਰ ਹੁਣ ਉਦੋਂ ਬਾਅਦ ਜਦੋਂ ਆਉਂਦੇ ਆ ਕੁਛ ਸਰਦੀਆਂ ਆ ਗਈਆਂ, ਉਹਦੇ ਵਿੱਚ ਫੇਰ ਆਪਾਂ ਇੱਕ ਵਾਰ ਜਮਾ ਧਿਆਨ ਛੱਡਦਾ ਭੁੱਲ ਗਏ ਵੀ ਇਹ ਸ਼ਾਇਦ ਕਿਤੇ ਜਿਹੜਾ ਕਰੋਨਾ ਕੋਵਿਡ ਆ ਇਹ ਨਿਕਲ ਗਿਆ। ਪਰ ਨਾਲ ਦੀ ਨਾਲ ਆਪਣੇ ਨਾਲ ਅੱਜ ਕੱਲ੍ਹ ਤਾਂ ਦੁਨੀਆ ਇੱਕ ਆ। ਲੰਡਨ ਦੇ ਵਿੱਚ, ਇੰਗਲੈਂਡ 'ਚ, ਜਿੱਥੇ ਆਪਣੇ ਬਹੁਤ ਰਿਸ਼ਤੇਦਾਰ, ਆਪਣੇ ਲੋਕ ਸਾਰੇ ਆਪਣੇ ਸਾਰੇ ਤੁਹਾਨੂੰ ਪਤਾ ਰਹਿੰਦੇ ਆ, ਇਹਦੇ ਨਾਲੋਂ ਵੀ 5 ਗੁਣਾ ਵੱਧ ਉਸ ਹਾਲਾਤ 'ਚੋਂ ਨਿਕਲੇ ਨੇ। ਉਹ ਆਪਣੇ ਨਾਲੋਂ ਵੀ 5 ਗੁਣਾ ਵੱਧ ਜਿਹੜਾ ਉਹ ਉੱਥੇ ਕੋਵਿਡ ਦੀ ਇਹ ਜਿਹੜਾ ਕਰੋਨਾ ਇਹਦੀ ਮਹਾਮਾਰੀ ਸੀ। ਪਰ ਉਹਨਾਂ ਨੇ ਹੌਲੀ ਹੌਲੀ ਕਰਕੇ, ਚਾਹੇ ਉਹਨਾਂ ਨੇ ਬੰਦਿਸ਼ਾਂ ਲਾਈਆਂ, ਚਾਹੇ ਲੋਕਾਂ ਨੇ ਆਪਣੇ ਆਪ ਨੂੰ ਆਪਣੇ ਰੋਜ਼ ਦੇ ਕੰਮਾਂ ਕਾਰਾਂ 'ਚ ਉਹਨਾਂ ਨੇ ਸੁਧਾਰ ਕੀਤਾ। ਠੀਕ ਆ, ਆਪਾਂ ਪਰ ਉਹਨਾਂ ਦੇ ਬਰਾਬਰ ਉਹ ਦੇਸ਼ ਨਹੀਂ ਗਾ। ਆਪਾਂ ਤਾਂ ਜੇ ਸਾਰਾ ਯੂਰਪ ਮਿਲਾ ਦਿੱਤਾ ਜਾਵੇ ਵਿੱਚ ਹੀ, ਇਹ ਲੰਡਨ, ਇੰਗਲੈਂਡ ਤਾਂ ਆਪਣਾ ਇੱਕ ਇਕੱਲੇ ਦੇਸ਼ ਦੀ ਆਬਾਦੀ ਆ। ਪਰ ਹੁਣ ਮੈਂ ਜਿਹੜੀ ਤੁਹਾਡੇ ਮੂਹਰੇ ਹੱਥ ਜੋੜ ਕੇ ਉਦਣ ਵੀ ਬੇਨਤੀ ਕੀਤੀ ਸੀ, ਅੱਜ ਵੀ ਕਰਨ ਲੱਗਿਆ। ਸਭ ਤੋਂ ਪਹਿਲਾਂ ਤਾਂ ਕਈ ਇਸ ਗੱਲ ਦਾ ਗੁੱਸਾ ਕਰਨਗੇ, ਮੈਂ ਦੇਖੋ ਉਦੋਂ ਜਦੋਂ ਆਪਾਂ, ਮੈਨੂੰ ਯਾਦ ਆ ਮੈਂ ਹੁਣੀ ਪੜ੍ਹ ਰਿਹਾ ਸੀ, ਆਪਾਂ ਪਿਛਲੇ ਤਕਰੀਬਨ 25 ਮਾਰਚ ਨੂੰ, ਪਿਛਲੀ 25 ਮਾਰਚ ਨੂੰ 21 ਦਿਨ ਦਾ ਲੌਕਡਾਊਨ ਲਾਇਆ ਸੀ ਪ੍ਰਾਈਮ ਮਿਨਿਸਟਰ ਨੇ। ਤੇ ਮੈਨੂੰ ਲੱਗਦਾ ਆਵਾਜ਼ ਠੀਕ ਆ ਰਹੀ ਹੈ। ਤੇ 21 ਦਿਨ ਦਾ ਲੌਕਡਾਊਨ ਲਾਇਆ ਸੀ। ਉਦੋਂ ਹਜੇ ਬਹੁਤ ਘੱਟ
ਤਕਰੀਬਨ ਮੇਰੀ ਖਿਆਲ ਨਾਲ ਕੁਛ ਹਜ਼ਾਰ ਤੋਂ ਵੀ ਘੱਟ ਹਜੇ ਕੇਸ ਸੀਗੇ ਸਾਡੇ, ਤੇ ਮੌਤਾਂ ਵੀ ਜਿਹੜੀਆਂ ਡੈਥ ਰੇਟ ਸੀਗੀਆਂ ਉਹ ਵੀ ਬਹੁਤ ਹਜੇ ਥੋੜੀਆਂ ਸੀ। ਤਕਰੀਬਨ ਮੇਰੀ ਖਿਆਲ ਨਾਲ 100 ਤੋਂ ਵੀ ਕਿਤੇ ਘੱਟ ਉਸ ਵੇਲੇ ਮੌਤਾਂ ਸੀ ਜਦੋਂ ਉਹ ਲਾਕਡਾਊਨ ਲਾਇਆ ਸੀ। ਪਰ ਚਲੋ ਆਪਾਂ ਡਾਕਟਰ ਨੇ, ਲੋਕਾਂ ਨੇ, ਮੈਡੀਕਲ ਸਟਾਫ ਨੇ ਬਹੁਤ ਜਦੋਜਹਿਦ ਕਰਕੇ ਇੱਕ ਦਿਨ ਇਹ ਆ ਗਿਆ ਸੀ ਵੀ ਆਪਣੇ ਪੰਜਾਬ ਦੀ ਗੱਲ ਤੇ ਮੈਂ ਲੁਧਿਆਣੇ ਦੀ ਕਰਦਾ, ਸਿਰਫ ਇੱਕ ਪੇਸ਼ੈਂਟ ਸ਼ਾਇਦ ਰਹਿ ਗਿਆ ਸੀ ਬੈੱਡ ਤੇ, ਜਿਹੜਾ ਕਿ ਬਹੁਤ ਥੋੜਾ ਉਹਨੂੰ ਸੀ। ਤੇ ਵੱਡੇ ਵੱਡੇ ਨਿਊਜ਼ਪੇਪਰਾਂ 'ਚ ਮੈਂ ਲੁਧਿਆਣੇ ਦੇ ਖਬਰਾਂ ਉਦੋਂ ਵੀ ਆਹ ਜਿਹੜੀਆਂ ਮਸ਼ੀਨਾਂ ਵੱਡੀਆਂ ਵੱਡੀਆਂ ਲਈਆਂ ਸੀ ਉਸ ਵੇਲੇ, ਆਪਾਂ ਜਿਹੜੀਆਂ ਲਾਈਆਂ ਸੀ ਕੱਪੜੇ ਧੋਣ ਲਈ ਮਰੀਜ਼ਾਂ ਦੇ, ਜਦੋਂ ਇੱਕਦਮ ਨੰਦੇੜ ਸਾਹਿਬ ਤੋਂ ਜਦੋਂ ਸੰਗਤ ਤੇ ਹੋਰ NRI ਸਾਰੇ ਇਹ ਰਲ ਕੇ ਬਹੁਤ ਜ਼ਿਆਦਾ ਆਪਣੇ ਆ ਗਏ ਸੀ। ਤੁਹਾਨੂੰ ਯਾਦ ਹੋਣਾ CM ਆਪਣੇ ਸਿਵਲ ਹਸਪੀਟਲ ਦੇ ਮੂਹਰੇ ਬੱਸਾਂ ਖੜੀਆਂ ਸੀ ਤੇ ਉਹ ਪੇਸ਼ੈਂਟ ਬੱਸਾਂ 'ਚ ਬੈਠੇ ਸੀ ਜਦੋਂ ਆਪਾਂ ਅੰਦਰ ਉਹਨਾਂ ਦੇ ਟੈਸਟ ਲੈ ਰਹੇ ਸੀ। ਤੇ ਉਦੋਂ ਬਾਅਦ ਆ ਫੇਰ ਜਿਹੜਾ ਨਵਾਂ ਇਹ ਕੋਵਿਡ ਕਰੋਨਾ ਆਇਆ, ਹੁਣ ਇਹਦੇ ਵਿੱਚ ਚਲੋ ਮਾਸਕ, ਸੈਨੀਟਾਈਜ਼ਰ, 2 ਗਜ਼ ਦੀ ਜਗ੍ਹਾ ਜਗ੍ਹਾ ਦੂਰੀ ਹੈ ਹੀ, ਪਰ ਇੱਕਦਮ ਆਕਸੀਜਨ ਦੀ ਲੋੜ ਪੈ ਰਹੀ ਹੈ। ਅੱਜ ਜੇ ਮੈਂ ਲੁਧਿਆਣੇ ਦੀ ਗੱਲ ਕਰਾਂ, ਜਿੱਥੇ ਪਹਿਲਾਂ 2700 ਸੀ, ਅੱਜ 3600 ਜਿਹੜੇ ਸਿਲੰਡਰ ਨੇ, 3600 ਸਿਲੰਡਰਾਂ ਦੀ ਸਾਨੂੰ ਆਕਸੀਜਨ ਦੀ ਲੋੜ ਪੈ ਰਹੀ ਹੈ। ਉਹਦੇ ਵਿੱਚ 600 ਤਕਰੀਬਨ ਕੋਵਿਡ ਤੋਂ ਇਲਾਵਾ ਹੈ ਜਿਹੜੇ ਬਹੁਤ ਜ਼ਿਆਦਾ ਬਿਮਾਰ ਨੇ, ਕਿਸ ਦੀ ਡਾਇਲਿਸਿਸ, ਕਿਡਨੀਜ਼ ਖਰਾਬ ਨੇ, ਕੋਈ ਬਿਲਕੁਲ ਬਹੁਤ ਸੀਰੀਅਸ ਪੇਸ਼ੈਂਟ ਆ ਹਾਰਟ ਦਾ ਜਿਨ੍ਹਾਂ ਨੂੰ ਆਕਸੀਜਨ ਦੀ ਲੋੜ ਆ, ਉਹਨਾਂ ਨੂੰ ਛੱਡ ਕੇ ਬਾਕੀ ਜਿਹੜੇ ਆ 3000 ਤੋਂ ਉੱਤੇ ਜਿਹੜੇ ਨੰਬਰ ਨੇ ਇਸ ਵੇਲੇ ਜਿਨ੍ਹਾਂ ਨੂੰ ਆਕਸੀਜਨ ਚਾਹੀਦੀ ਹੈ। ਮੈਂ ਅੱਜ ਕਹਿ ਸਕਦਾ ਤੁਹਾਨੂੰ ਲੁਧਿਆਣੇ 'ਚ ਅਸੀਂ 25% 25 ਹੋਰ ਖਿੱਚ ਕੇ DMC, CMC ਜਿਹੜੇ ਹੋਰ ਵੱਡੇ ਹਸਪੀਟਲ ਨੇ, ਤਕਰੀਬਨ 40 ਹਸਪੀਟਲ ਨੇ ਜਿਹੜੇ ਸ਼ਹਿਰ ਛੋਟੇ ਵੱਡੇ ਮਿਲਾ ਕੇ ਜਿਹੜੇ ਇਹਦੇ ਵਿੱਚ ਲੱਗੇ ਹੋਏ ਨੇ, ਅਸੀਂ ਅਰੇਂਜਮੈਂਟ ਹੈ ਜਿਹੜਾ ਬੈੱਡ ਦਾ ਕਰ ਲਾਂਗੇ। ਕਿਤੇ 250 ਤੱਕ ਲੈ ਗਏ ਹਾਂ, ਕਿਤੇ ਵੱਧ ਤੋਂ ਵੱਧ ਹੋਰ ਖਿੱਚ ਕੇ 300 ਤੱਕ ਲੈ ਜਾਵਾਂਗੇ। ਪਰ ਆਪਣੇ ਕੋਲ ਇਹ ਮੰਨਣਾ ਪਊਗਾ ਜਦੋਂ ਮਹਾਮਾਰੀ ਹੈ, ਹਸਪੀਟਲ ਕਿੰਨੇ ਕੁ ਬਣ ਜਾਣਗੇ, ਕਿੰਨੇ ਕੁ ਬੈੱਡ ਜਿਹੜੇ ਆ ਉਹ ਆਪਾਂ ਹਸਪੀਟਲਾਂ 'ਚ ਸਾਰੇ ਲੋਕ ਲੱਖਾਂ ਦੀ ਤਾਦਾਦ 'ਚ ਕੋਈ ਹਸਪੀਟਲ 'ਚ ਕਿਤੇ ਇੰਤਜ਼ਾਮ ਹੋ ਸਕਦਾ ਹੈ? ਕੋਈ ਦੁਨੀਆ ਦਾ ਵੱਡਾ ਤੋਂ ਵੱਡਾ ਦੇਸ਼ ਉਹ ਇੰਤਜ਼ਾਮ ਨਹੀਂ ਕਰ ਸਕਦਾ। 4 ਲੱਖ ਕੇਸ ਆ ਰਿਹਾ, 4 ਲੱਖ ਤੋਂ ਉੱਤੇ। ਤੁਸੀਂ ਅੰਦਾਜ਼ਾ ਲਾਓ ਜੇ 4 ਲੱਖ ਦੇ ਵਿੱਚੋਂ 10,000 ਪੇਸ਼ੈਂਟ ਆ ਜਿਹੜਾ ਉਹੀ ਆਕਸੀਜਨ ਦੀ ਸਿਲੰਡਰ ਦੀ ਲੋੜ ਆ, ਬੈੱਡ ਦੀ ਲੋੜ ਆ, ਤੇ ਤੁਸੀਂ ਅੰਦਾਜ਼ਾ ਲਾਓ 10 ਦਿਨਾਂ 'ਚ ਕਿੱਥੇ ਗਿਆ। ਆਪਾਂ ਲੱਖਾਂ ਦੇ ਤਾਦਾਦ 'ਚ ਕਿੱਥੋਂ ਆਕਸੀਜਨ ਸਿਲੰਡਰ ਤੇ ਆਪਾਂ ਇਹ ਪ੍ਰਬੰਧ ਆ ਜਿਹੜੇ ਕਰ ਦਾਂਗੇ। ਹਸਪੀਟਲ ਇਹੋ ਜਿਹੇ ਕਿਹੜੇ ਹਸਪੀਟਲ ਨੇ ਜਿੱਥੇ ਲੱਖਾਂ ਬੰਦਾ ਹੈ? ਇਸ ਕਰਕੇ ਮੈਂ ਇਹ ਕਹਿ ਰਿਹਾ ਸੀ ਹੱਥ ਜੋੜ ਕੇ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਨੂੰ, ਮੁੱਖ ਮੰਤਰੀ ਸਾਹਿਬ ਨੂੰ, ਕਈ ਲੋਕ ਠੀਕ ਆ ਕਾਰੋਬਾਰ 'ਚ ਬੜਾ ਨੁਕਸਾਨ ਹੋਇਆ, ਪਰ ਇਸ ਚੇਨ ਨੂੰ ਤੋੜਨ ਲਈ ਲਾਕਡਾਊਨ ਕਰਨਾ ਪੈਣਾ ਹੈ। ਉਹ ਤੋਂ ਬਗੈਰ ਹੋਰ ਕੋਈ ਗੁਜ਼ਾਰਾ ਨਹੀਂਗਾ। ਜਿਸ ਤਰੀਕੇ ਨਾਲ ਆਪਣੇ ਦੇਸ਼ ਦੀ ਆਬਾਦੀ ਆ, ਪਾਪੂਲੇਸ਼ਨ ਆ, ਆਪਾਂ ਇਹ ਉਹ ਗੱਲ ਤਾਂ ਹੈ ਨਹੀਂ ਵੀ ਇੱਕ ਅਨਾਉਂਸਮੈਂਟ ਹੋਈ ਬਾਹਰ ਵਾਂਗੂ ਤੇ ਆਪਾਂ ਅੰਦਰ ਚਲੇ ਗਏ। ਘਰਾਂ ਦੇ ਲੋਕ, ਬਹੁਤ ਲੋਕ ਨੇ ਜਿਨ੍ਹਾਂ ਨੇ ਰੋਜ਼ੀ ਰੋਟੀ ਕਮਾਉਣੀ ਆ, ਠੀਕ ਆ, ਉਹ ਪ੍ਰਬੰਧ ਵੀ ਹੋ ਜਾਣਗੇ ਜਿਹੜਿਆਂ ਨੂੰ ਲੋੜ ਆ ਉਹਨਾਂ ਦੇ। ਪਿਛਲੀ ਵਾਰੀ ਵੀ ਹੋਏ ਸਾਰੇ, ਆਟਾ ਦਾਲ ਪਹੁੰਚਾਇਆ ਜਾਊਗਾ, ਪਹੁੰਚਾ ਸਕਦੇ ਹਾਂ ਜਾਂ ਪਹਿਲਾਂ ਹੀ ਅਸੀਂ ਤਿਆਰੀ ਕਰ ਰਹੇ ਹਾਂ ਉਸ ਦਾ। ਪਰ ਅੱਜ ਲਾਕਡਾਊਨ ਜ਼ਰੂਰ ਲਾਉਣਾ ਪਊਗਾ, ਨਹੀਂ ਜਾਨਾਂ ਤੋਂ ਉੱਤੇ ਕੁਛ ਨਹੀਂਗਾ। ਮੈਂ ਹੋਰ ਵੀ ਗੱਲਾਂ ਕਰੂੰਗਾ, ਪਰ ਲਾਕਡਾਊਨ ਇਸ ਵੇਲੇ ਜਿੰਨੀ ਮੇਰੀ ਸਮਝ ਆ, ਬੁੱਧੀ ਆ, ਅਕਲ ਆ, ਜਾਂ ਜਿਹੜੇ ਮੈਂ ਜਿਨ੍ਹਾਂ ਨਾਲ ਗੱਲ ਕੀਤੀ ਆ, ਡਾਕਟਰ ਗੁਲੇਰੀਆ ਹੈ ਏਮਸ ਦੇ ਹੈਡ ਨੇ, ਉਹਨਾਂ ਨੇ 4 ਦਿਨ ਹੋ ਗਏ ਇਹ ਗੱਲ ਕਹੀ ਵੀ ਲਾਕਡਾਊਨ ਲਾਓ। ਜਦੋਂ ਆਪਣੇ ਕੋਲ 100 ਕੇਸ ਨਹੀਂ ਸੀ, 100 ਤੋਂ ਘੱਟ ਡੈਥਸ ਹੋਈਆਂ ਸੀ, 10, 20, 15, ਉਦੋਂ ਆਪਾਂ ਲਾਕਡਾਊਨ ਕਰਤਾ 21 ਦਿਨ ਲਈ।
ਆਪਾਂ ਇਹ ਗੱਲ ਕਹੀ ਵੀ ਲਕਸ਼ਮਣ ਰੇਖਾ ਏ ਖਿੱਚਤੀ ਤੁਹਾਡੇ ਘਰ ਦੇ ਬਾਹਰ 21 ਦਿਨ, ਮਤਲਬ ਜੇ ਆਪਾਂ ਇਹ ਲਾਕਡਾਊਨ 21 ਦਿਨ ਦਾ ਨਾਂ ਲਾਇਆ ਤਾਂ ਆਪਾਂ 21 ਸਾਲ ਪਿੱਛੇ ਪੈ ਜਾਵਾਂਗੇ। ਤੇ ਅੱਜ 4 ਲੱਖ ਤੋਂ ਉੱਤੇ ਕੇਸ ਨੇ, ਟੈਸਟਿੰਗ ਵੀ ਸਾਡੀ ਖਤਮ ਹੋ ਚੁੱਕੀ ਹੈ ਨਹੀਂ ਕਿ ਸਾਡੇ ਕੋਲ ਸ਼ਮਤਾ ਨਹੀਂ। ਤਾਂ ਜਿਹੜੇ ਬਾਹਰਲੇ ਰਿਪੋਰਟ ਕਰ ਰਹੇ ਆ ਵੱਡੇ ਅਦਾਰੇ, ਉਹ ਦੱਸ ਰਹੇ ਆ ਵੀ ਕੇਸ ਆ ਜਿਹੜੇ ਉਹ ਤਕਰੀਬਨ ਇਸ ਵੇਲੇ 10-12 ਲੱਖ ਕੇਸ ਆ ਜਿਹੜਾ। ਇਹ ਪੈਨਿਕ ਹੋਣ ਦੀ ਗੱਲ ਨਹੀਂ, ਇਹ ਵੀ ਨਹੀਂ ਗੱਲ। ਦੂਜੀ ਵੀ ਇੱਕ ਗੱਲ ਸੁਣੀ, ਦੇਖਿਆ ਹਸਪੀਟਲ ਨੂੰ ਭੱਜ ਲਓ, ਹਸਪੀਟਲ ਜਾ ਕੇ ਹੋਰ ਖਰਾਬ ਹੋਣ ਵਾਲੀ ਗੱਲ ਹੈ, ਉੱਥੇ ਹੋਰ ਔਖੇ ਹੋਣ ਵਾਲੀ ਗੱਲ ਹੈ। ਜਿੰਨਾ ਚਿਰ ਜੋ ਇਲਾਜ ਕੀਤਾ ਜਾ ਸਕਦਾ, ਮੈਂ ਵੀ ਕੋਵਿਡ ਮੈਨੂੰ ਵੀ ਹੋਇਆ, ਪਰਿਵਾਰ ਨੂੰ ਹੋਇਆ, ਜਿੰਨਾ ਇਲਾਜ ਘਰੇ ਕੀਤਾ ਜਾ ਸਕਦਾ ਉਹਨਾਂ ਚਿਰ ਘਰੇ ਰਹਿਣ ਦੀ ਕੋਸ਼ਿਸ਼ ਕਰੋ। ਇਹ ਪੈਨਿਕ ਦਾ ਮਾਹੌਲ ਨਹੀਂ ਵੀ ਡਰ ਗਏ ਤੇ ਹੋ ਗਿਆ ਤੇ ਹੁਣ ਆਪਾਂ ਹਸਪੀਟਲ ਹੀ ਭੱਜਣਾ ਹੈ, ਇਹ ਕੋਈ ਜ਼ਰੂਰੀ ਨਹੀਂ ਗਾ। ਲੱਖਾਂ ਦੀ ਗਿਣਤੀ ਹੈ ਜਿਹੜੀ ਉਹ ਘਰੇ ਠੀਕ ਹੋ ਰਹੇ ਆ, ਲੋਕ ਘਰੇ ਆਰਾਮ ਨਾਲ। ਹਾਂ, ਜਦੋਂ ਤੁਸੀਂ ਤੁਹਾਡੇ ਕੋਲ ਅੱਜ ਕੱਲ੍ਹ ਆਕਸੀਮੀਟਰ ਨੇ, ਦੂਜੇ ਆ, ਜਦੋਂ ਆਕਸੀਜਨ ਲੈਵਲ ਤੁਹਾਡਾ ਥੱਲੇ ਜਾ ਰਿਹਾ ਤਾਂ ਜ਼ਰੂਰ ਹਸਪੀਟਲ ਜਾਓ। ਉਦੋਂ ਵੀ ਡਾਕਟਰ ਨਾਲ ਸਲਾਹ ਕਰੋ, ਟੈਲੀਫੋਨ ਤੇ ਗੱਲ ਕਰੋ। ਹਰੇਕ ਦਾ ਡਾਕਟਰ ਕੋਈ ਨਾ ਕੋਈ ਜਾਣ ਪਛਾਣ ਦਾ ਹੁੰਦਾ, ਵੀ ਦੱਸੋ ਹੁਣ ਕੀ ਕੀਤਾ ਜਾਣਾ ਚਾਹੀਦਾ। ਪਰ 2 ਗੱਲਾਂ ਤੈਨੂੰ ਮੈਂ ਕਰਨੀਆਂ, ਬੜਾ ਇਸ ਵੇਲੇ ਕੁਛ ਮੌਕਾ ਤਾਂ ਨਹੀਂ ਗਾ, ਪਰ ਦੁੱਖ ਹੁੰਦਾ ਇੰਨੀ। ਮੈਂ ਸਮਝਦਾ ਇੰਨਾ ਆਪਣਾ ਐਡਾ ਵੱਡਾ ਦੇਸ਼ ਆ, ਇਸ ਮਹਾਮਾਰੀ 'ਚ ਆਪਾਂ ਕਿੰਨਾ ਦਾਨ ਪੁੰਨ ਮੈਂ ਸਮਝਦਾ ਕਰਦੇ, ਲੰਗਰ ਲਾਉਣੇ ਆ, ਜਗਰਾਤੇ ਕਰਦੇ ਆ। ਪਰ ਠੀਕ ਆ, ਤੁਸੀਂ ਕਹੋਗੇ ਸਰਕਾਰਾਂ ਦਾ ਕੰਮ ਹਰ ਕੰਮ ਸਰਕਾਰ ਵੀ ਨਹੀਂ ਕਰ ਸਕਦੀ, ਜਿੰਨਾ ਚਿਰ ਪ੍ਰਾਈਵੇਟ ਪਲੇਅਰ ਵੱਡੇ ਪਹਿਲਾਂ ਤਾਂ ਮੈਨੂੰ ਸ਼ਰਮ ਆਉਂਦੀ ਹੈ, ਇੰਨੀ ਸਖਤੀ ਸਾਨੂੰ ਕਰਨੀ ਪਈ। ਉਹ ਤੁਸੀਂ ਜਿਹੜਾ ਸਿਲੰਡਰ 2000 ਦਾ, ਉਹਨੂੰ ਤੁਸੀਂ 5000 20,000 ਰੁਪਈਆ ਤੁਸੀਂ ਲੈ ਰਹੇ ਹੋ। ਕਿੱਧਰ ਗਈ ਆ ਤੁਹਾਡੀ ਅਕਲ? ਇਹ ਕਹਿ ਨਹੀਂ ਸਕਦੇ ਕਈ ਗੱਲਾਂ ਇੱਥੇ। ਤੁਸੀਂ ਰੋਜ਼ ਸਵੇਰੇ ਧੂਪ ਬੱਤੀ ਦੇ ਕੇ ਸਵੇਰੇ ਚੈਨਲ ਤੁਸੀਂ ਲਾਉਨੇ ਹੋ ਸਾਰੇ ਘਰਾਂ ਦੇ ਵਿੱਚ, ਜਿੱਥੇ ਗੁਰਬਾਣੀ ਚੱਲਦੀ, ਜਿੱਥੇ ਮਾਤਾ ਦੀਆਂ ਭੇਟਾਂ ਚੱਲਦੀਆਂ, ਪਰ ਉਹ ਸੁਣ ਕੇ ਤੁਸੀਂ ਕੁਛ ਚੰਦ ਲਓ। ਜਦੋਂ ਤੁਸੀਂ ਆ ਕੇ ਦੁਕਾਨਾਂ ਤੇ ਆਪਣੇ ਬਿਜ਼ਨਸਮੈਨ ਹੋ, ਤੁਹਾਨੂੰ ਇਹ ਸ਼ਰਮ ਨਹੀਂ ਆਉਂਦੀ? ਤੁਸੀਂ 20,000 ਦਾ ਸਿਲੰਡਰ ਦੇ ਰਹੇ ਹੋ, ਉਹਦੀ ਜਾਨ ਜਾ ਰਹੀ ਹੈ ਤੇ ਤੁਸੀਂ ਬਲੈਕ ਕਰ ਰਹੇ ਹੋ, ਇੰਜੈਕਸ਼ਨ ਰੱਖੀ ਬੈਠੇ ਹੋ, 40,000 ਦਾ 1.5 ਲੱਖ 'ਚ ਦੇ ਰਹੇ ਹੋ। ਕੀ ਹੋਇਆ ਤੁਹਾਨੂੰ? ਕਿੱਧਰ ਕੀ ਮਿੱਟੀ ਪਲੀਤ ਕਰਾ ਕੇ ਰੱਖਤੀ ਤੁਸੀਂ ਦੁਨੀਆ 'ਚ। ਇਹ ਕੀ ਕਾਲੀ ਬਾਜ਼ਾਰਾ, ਚੋਰ ਬਾਜ਼ਾਰੀ ਕਰ ਲਿਓ ਜਿਹੜਾ ਕੁਝ ਕੰਮ ਕਰਨਾ ਹੋ, ਪਰ ਇਹ ਮਹਾਮਾਰੀ 'ਚ ਤੁਸੀਂ ਲੱਗੇ ਹੋਏ ਕੰਮ ਕਰ। ਗੁਰੂਆਂ ਦੀਆਂ ਫੋਟੋਆਂ ਤੁਹਾਡੇ ਮਗਰ ਲੱਗੀਆਂ ਹਰ ਜਗ੍ਹਾ, ਪਿੱਛੇ ਦੇਵੀ ਦੇਵਤਿਆਂ ਦੀਆਂ ਫੋਟੋਆਂ ਲੱਗੀਆਂ, ਤੇ ਕਾਹਦੇ ਲਈ? ਫਿਰ ਕੀ ਸਿੱਖਿਆ ਤੁਸੀਂ ਅੱਜ ਤੱਕ? ਇਹ ਜਿਹੜਾ ਸੁਣਦੇ ਹੋ ਹਰ ਵੇਲੇ ਕੰਨਾਂ 'ਚ ਬਾਣੀ, ਹਰ ਚੀਜ਼ ਸ਼ਬਦ, ਤਾਂ ਉਹਦਾ ਕੋਈ ਅਸਰ ਨਹੀਂ, ਸੁਣ ਕੇ ਕੱਢ ਜਾਂਦੇ ਹੋ ਸਾਰਾ ਕੁਝ। ਮੈਂ ਕੋਈ ਸਿੱਖਿਆ ਦੇਣ ਵਾਲਾ ਨਹੀਂ ਗਾ, ਪਰ ਜੋ ਮੈਂ ਪਿਛਲੇ ਦਿਨਾਂ 'ਚ ਹਾਲਾਤ ਦੇਖੇ ਨੇ ਲੁਧਿਆਣੇ ਦੇ ਵਿੱਚ, ਕਮਾਲ। ਲੁਧਿਆਣੇ ਦੀ ਤਾਂ ਮੈਂ ਇੱਕ ਛੋਟੀ ਉਦਾਹਰਨ ਦਿੰਦਾ। ਇਹ ਜਿਹੜੇ 10-15 ਬੰਦੇ ਹੁੰਦੇ ਆ ਜਿਨ੍ਹਾਂ ਕਰਕੇ ਸਾਨੂੰ ਇਹ ਕਾਲਕ ਦਾ ਟਿੱਕਾ ਸਹਿਣਾ ਪੈਂਦਾ, ਐਂ ਹੀ ਮੁਲਕ 'ਚ ਨੇ ਸਾਨੂੰ। ਇਹੀ ਮੌਕਾ ਲੱਭਿਆ ਤੁਹਾਨੂੰ ਦਵਾਈਆਂ ਮਹਿੰਗੀਆਂ ਵੇਚਣ ਦਾ। ਅਸੀਂ ਕਹਿ ਥੱਕ ਗਏ ਪਹਿਲਾਂ ਵੀ ਉਹ ਬਾਈ ਆਪਰੇਸ਼ਨ ਬੰਦ ਕਰ ਦਿਓ, ਕਿਸੇ ਦਾ ਛੋਟਾ ਗੋਡੇ ਦਾ ਆਪਰੇਸ਼ਨ ਹੈ, ਕਿਸੇ ਹੋਰ ਦਾ, ਉਹਨੂੰ ਨਾ ਕਰੋ। ਹਜੇ ਆਕਸੀਜਨ ਦੀ ਲੋੜ ਆ ਹੋਰ ਜਗ੍ਹਾ, ਉਹਨੂੰ ਹਜੇ ਹਫਤਾ ਲੇਟ ਕਰ ਦਿਓ। ਪਰ ਨਹੀਂ, ਉਹ ਪੈਸੇ ਕਮਾਉਣ ਦੇ ਲਈ ਉਹਦੇ ਆਪਰੇਸ਼ਨ ਕਰੀ ਜਾ ਰਹੇ, ਜਿਹਨੇ ਆਕਸੀਜਨ ਉੱਥੇ ਜਿਹੜੀ ਜਾਇਆ ਕੋਵਿਡ ਦੇ ਮਰੀਜ਼ ਦੇ ਲੱਗ ਸਕਦੀ ਆ, ਉਧਰ ਲਾਈ ਜਾ ਰਹੇ। ਇਸ ਕਰਕੇ ਸਖਤੀ ਨਾਲ 2 ਦਿਨ ਨਹੀਂ ਜੀ, ਸੈਟਰਡੇ ਸੰਡੇ ਸਾਡੀ ਤਾਂ ਸੇਲ ਹੀ ਹੁਣ ਹੋਣੀ ਆ ਜੀ। ਅਸੀਂ ਤਾਂ ਇਹ ਆਈਸਕ੍ਰੀਮ ਦੀ ਦੁਕਾਨ ਆ ਜੀ, ਇਹ ਸਾਡਾ ਫਾਸਟ ਫੂਡ ਦੀ ਦੁਕਾਨ ਆ ਜੀ, ਅਸੀਂ ਤਾਂ ਖੋਲ੍ਹਣੀ ਜ਼ਰੂਰ ਆ, ਸਾਡੀ ਤਾਂ ਸੈਟਰਡੇ ਸੰਡੇ ਸੇਲ ਹੁੰਦੀ। ਨਹੀਂ, ਜੇ ਤੁਸੀਂ 2 ਦਿਨ ਨਹੀਂ ਖੋਲੋਗੇ ਤਾਂ ਕੀ ਹੋ ਜੂ? ਜਦੋਂ ਤੁਹਾਡੀ ਦੁਕਾਨ ਤੇ ਤੁਸੀਂ ਕਹੋ ਜੀ ਕੁੱਕ ਫੂਡ ਜਿਹੜਾ ਵੀ ਆ ਘਰੇ ਆਊਗਾ, ਅਸੀਂ ਨਹੀਂ ਖੋਲਦੇ, ਕਿਉਂ ਲੱਗੇ ਕਰਫਿਊ, ਕਿਉਂ ਲਾਉਣ ਦੀ ਲੋੜ ਪਵੇ? ਦੁਕਾਨਾਂ ਤੇ ਜਦੋਂ ਖੜੇ ਹੋ ਤੇ ਆਈਸਕ੍ਰੀਮਾਂ ਖਲਵਾ ਰਹੇ ਹੋ ਤੁਸੀਂ ਸਭ ਨੂੰ, ਤੁਸੀਂ ਸਭ ਨੂੰ ਜਿਹੜੇ ਆ ਫਾਸਟ ਫੂਡ ਖਿਲਵਾ ਰਹੇ ਹੋ ਖੜ ਕੇ। ਕੋਈ ਤੁਹਾਡੀ ਜ਼ਿੰਮੇਵਾਰੀ ਨਹੀਂ ਬਣਦੀ? ਤੁਸੀਂ ਸਭ ਨੂੰ ਕਹੋ ਜੀ ਭਾਈ ਇੱਥੇ ਖੜ ਕੇ ਨਹੀਂ ਤੁਸੀਂ ਖਾਓ, ਘਰੇ ਲੈ ਜਾਓ, ਜਾਂ ਅਸੀਂ ਘਰੇ ਪਹੁੰਚਾ ਦਿੰਨੇ ਆ। ਪਰ ਨਹੀਂ, ਇਹ ਕਿਹਦੀ ਜ਼ਿੰਮੇਵਾਰੀ ਹੈ? ਫਿਰ ਇੱਕ ਪੁਲਿਸ ਦਾ ਡੰਡਾ ਹੀ ਰਹਿ ਗਿਆ। ਅਸੀਂ ਨਹੀਂ ਚਾਹੁੰਦੇ ਵੀ ਪੁਲਿਸ ਸਖਤੀ ਕਰੇ, ਪੁਲਿਸ ਕੋਈ ਵੀ ਗੱਲ ਐਸੀ ਕਰੇ ਜਿਹਦੇ ਨਾਲ ਸਾਡੇ ਲੋਕਾਂ ਨੂੰ ਕੋਈ ਤਕਲੀਫ ਹੋਵੇ।
पर आपां क्यों नहीं कद सोचांगे ये गल्लां। इस करके आ मुल्क दे बाहरले हुण भेज रहे जहाज भर ऑक्सीजन भेज रहे, कोई होर भेज रहे, पर आपां अपणियां जिंदगियां तो उत्ते तां कुछ नहीं, ਉਹਨੂੰ ਤਾਂ ਆਪਾਂ ਬਚਾ ਕੇ ਮਜਬੂਰੀ 'ਚ ਜਿਹਨੇ ਜਾਣਾ ਵਿਚਾਰੇ ਨੇ ਉਹਨੇ ਤਾਂ ਜਾਣਾ ਹੀ ਆ ਕੰਮ ਕਰਨ। ਅੱਜ ਦੇਖੋ ਇੱਕ ਗੱਲ ਹੋਰ ਮੈਂ ਕਹਿਣਾ, ਅੱਜ ਦੇਖੋ ਵੀ ਭਾਈ ਜਿਹੜੇ ਤੁਹਾਡੇ ਮਹੱਲੇ 'ਚ ਕੋਈ ਕਮੀ ਆ ਕਿਸੇ ਨੂੰ, ਉਹਨੂੰ ਕਹਾਂ ਭਾਈ ਬਾਹਰ ਨਾ ਨਿਕਲ, ਅਸੀਂ ਸਾਰੇ 20 ਜਾਣੇ ਮਹੱਲੇ ਵਾਲੇ ਇਕੱਠੇ ਹੋ ਕੇ ਤੇਰੀ ਮਦਦ ਕਰਦੇ ਆ, ਦਿਹਾੜੀ ਵਾਲੇ ਤੈਨੂੰ ਲੋੜ ਨਹੀਂ, ਆ ਲੈ 10,000 ਆ ਲੈ 5,000, 15 ਦਿਨ ਤੂੰ ਨਹੀਂ ਜਾਣਾ ਬਾਹਰ, ਆਪਣੇ ਬੱਚਿਆਂ ਨੂੰ ਵੀ ਰੱਖ, ਅਸੀਂ ਇਕੱਠੇ ਹੋ ਕੇ ਦੇਖੋ ਅੱਜ ਲੋੜ ਆ। ਇਹ ਆਪਣਾ ਧਰਮ, ਇਹ ਸਿਖਾਉਂਦੇ ਆਪਣੇ ਬਾਣੀ ਗੁਰੂ ਆਪਾਂ ਨੂੰ, ਇਹ ਸਿਖਾ ਗਏ ਆ ਉਹ ਸਾਂਝ ਕੱਢਣਾ। ਇਸ ਵੇਲੇ ਮੌਕਾ ਹੈ ਵੀ ਗਰੀਬ ਆਦਮੀ ਜਿਹੜਾ ਦੇਖੋ ਮਦਦ ਦੀ ਲੋੜ ਆ ਉਹਨੂੰ ਮਦਦ ਕਰੋ। ਮੈਂ ਹੁਣੀ ਸੁਣ ਰਿਹਾ ਸੀ ਸਾਡੇ ਬਹੁਤ ਹੀ ਮਦਦ ਕਰਦੇ ਆ ਹਮੇਸ਼ਾ ਕੈਂਸਰ ਕੇਅਰ ਵਾਲੇ ਲੰਡਨ ਤੋਂ, ਉਹ ਹਮੇਸ਼ਾ ਕੈਂਸਰ, ਮਗਰ ਅੱਜ ਮੈਂ ਉਹਨਾਂ ਦੀ ਉਹ ਰਿਕੁਐਸਟ ਸੁਣ ਰਿਹਾ ਸੀ, ਉੱਥੇ ਬੈਠੇ ਉਹ ਭਾਵੁਕ ਹੋ ਕੇ ਮਤਲਬ ਉਹਨਾਂ ਦੇ ਅੰਸੂ ਵੀ ਆ ਗਏ। ਉਹ ਮਤਲਬ ਕਹਿੰਦੇ ਇੰਨਾ ਦੁੱਖ ਲੱਗਦਾ ਵੀ ਇਸ ਮੌਕੇ ਅੱਜ ਵੀ ਅਸੀਂ ਪੋਲੀਟੀਕਲ ਪਾਰਟੀਆਂ ਇੱਕ ਦੂਜੇ ਨੂੰ ਮਾੜਾ ਕਹੀ ਜਾਂਦੇ, ਇਹ ਟਾਈਮ ਹੈ ਕੋਈ ਮਾੜਾ ਕਹਿਣ ਦਾ ਇੱਕ ਦੂਜੇ ਨੂੰ? ਸਾਰੇ ਇਕੱਠੇ ਹੋਣ ਦੀ ਲੋੜ ਹੈ। ਮੈਂ ਬਿਲਕੁਲ ਨਹੀਂ ਕਹੂੰਗਾ ਵੀ ਅੱਜ ਦਿੱਲੀ 'ਚ ਕਮੀ ਹੈ ਤਾਂ ਉਹ ਬਾਅਦ 'ਚ ਕਰ ਦਾਂਗੇ ਸਾਰੀਆਂ ਗੱਲਾਂ, ਹਰਿਆਣੇ 'ਚ ਕੋਈ ਕਮੀ ਹੈ ਉਹ ਪੰਜਾਬ ਵਾਲੇ ਨੂੰ ਹਰਿਆਣੇ ਵਾਲੇ ਨੂੰ ਕਹੀ ਜਾਂਦੇ। ਇਹ ਗੱਲਾਂ ਬਿਲਕੁਲ ਇਕੱਠੇ ਹੋ ਕੇ ਇਸ ਵੇਲੇ ਮੈਂ ਆਪਣੀ ਪਾਰਟੀ ਵਾਲਿਆਂ ਨੂੰ ਸਾਰਿਆਂ ਨੂੰ ਕਿਹਾ ਵੀ ਆ। ਕੱਲ੍ਹ ਜਾਖੜ ਸਾਹਿਬ ਨੇ ਇਹ PCC ਇੱਕ ਜਿਹੜਾ ਇਹ ਆਫਿਸ ਪੂਰਾ ਤਿਆਰ ਕੀਤਾ ਹੈ, ਇਹਦੇ ਸੰਬੰਧ 'ਚ ਵੀ ਕੋਈ ਵੀ ਕਿਸੇ ਨੂੰ ਸਮੱਸਿਆ ਆਉਂਦੀ ਹੈ, ਸਾਰੇ ਇਕੱਲੇ ਜਿਵੇਂ ਲੱਗੇ ਸੀ, ਮੈਂ ਬੇਨਤੀ ਕਰਦਾ ਆਪਣੇ ਇਕੱਲੇ ਵਰਕਰ ਨੂੰ, ਜਿਹੜੇ ਇਸ ਵੇਲੇ ਲੀਡਰ ਨੇ ਪਿੰਡਾਂ 'ਚ, ਸਰਪੰਚ ਪੰਚ ਸਾਰੀਆਂ ਟੀਮਾਂ, ਇਹ ਸਾਡੇ ਬਲਾਕ ਪ੍ਰਧਾਨ, ਜਨਰਲ ਸੈਕਟਰੀ, ਜਿਹੜੀ ਪਾਰਟੀਆਂ ਦੀਆਂ ਕਮੇਟੀਜ਼ ਨੇ ਸਾਡੀਆਂ, ਉਹ ਜਿਹੜੇ ਸਾਡੇ ਕਾਉਂਸਲਰ ਤੋਂ ਲੈ ਕੇ ਵਾਰਡ ਪ੍ਰਧਾਨ, ਜ਼ਿਲ੍ਹਾ ਪ੍ਰਧਾਨ, ਸਾਰੇ ਜਿਹੜੇ ਇੱਕ ਆਪਣੇ ਵਾਰਡ ਨੂੰ ਸਾਂਭੋ। ਇਹ ਨਹੀਂ ਵੀ ਤੁਸੀਂ ਕੋਈ ਇਹ ਜ਼ਿੰਮੇਵਾਰੀ ਹੈ ਵੀ ਤੁਸੀਂ ਬਾਹਰ ਫਿਰਨਾ ਨਾ, ਬਹਿ ਕੇ ਫੋਨ ਕਰਕੇ ਇਕੱਲੇ ਨੂੰ ਪੁੱਛੋ ਜਿਹੜੇ ਤੁਹਾਡੇ ਏਰੀਏ 'ਚ ਨੇ ਵੀ ਕਿਸ ਚੀਜ਼ ਦੀ ਲੋੜ ਆ, ਕਿਸ ਚੀਜ਼ ਦੀ ਕਮੀ ਆ, ਕਿਉਂਕਿ ਤੁਸੀਂ ਸਰਕਾਰ ਦੇ ਆਫੀਸਰ ਨਾਲ ਇਨ ਟੱਚ ਹੋ, ਸਰਕਾਰ ਦੇ ਲੋਕਾਂ ਨਾਲ ਇਨ ਟੱਚ ਹੋ, ਆਪਣੇ MLA ਨਾਲ ਇਨ ਟੱਚ ਹੋ, ਉਹਨਾਂ ਤੱਕ ਹਰੇਕ ਤਕਲੀਫ ਪਹੁੰਚਾਓ, ਏਰੀਏ ਦੇ ਜਿਹੜੇ ਲੋਕ ਬਾਹਰ ਨਾ ਜਾਣ। ਵੱਧ ਤੋਂ ਵੱਧ ਨਹੀਂ, ਮੈਂ ਹੱਥ ਜੋੜ ਕੇ ਡਰਾਉਣ ਵਾਲੀ ਗੱਲ ਨਹੀਂ, ਜੇ ਇਸ ਤਰੀਕੇ ਨਾਲ 4 ਲੱਖ ਰੋਜ਼ ਦਾ ਕੇਸ ਵੱਧ ਰਿਹਾ, ਕਿੱਥੇ ਰੋਕਾਂਗੇ ਆਪਾਂ ਜਾ ਕੇ? ਜੇ ਉਹਦੇ ਵਿੱਚੋਂ ਮੈਂ ਜਿਵੇਂ ਕਿਹਾ 10,000 ਰੁਪਏ ਕਿੱਥੇ ਬੈੱਡ ਦੇਵਾਂਗੇ, ਆਕਸੀਜਨ ਕਿੱਥੋਂ ਲਿਆਵਾਂਗੇ? ਇੱਕ ਆਕਸੀਜਨ ਟੈਂਕਰ ਲਈ, ਉਹਦੇ ਲਈ ਜਿਹੜੇ ਟਰੱਕ ਨੇ ਉਹ ਖੜੇ ਆ, ਕੋਈ ਦੇਹਰਾਦੂਨ ਖੜਾ ਹੈ, ਕੋਈ ਰੁੜਕੀ ਖੜਾ ਹੈ, ਮਿਲ ਨਹੀਂ ਰਹੀ ਕਿਤੋਂ ਆਕਸੀਜਨ, ਇੰਨੀ ਵੱਡੀ ਸ਼ਾਰਟੇਜ ਹੈ। ਤੇ ਇਸ ਕਰਕੇ ਇਹ ਗੱਲਾਂ ਮੈਂ ਥੋੜ੍ਹੀਆਂ, ਮਤਲਬ ਆਪਾਂ ਇੱਕ ਬੈਗਰ, ਆਪਾਂ ਮੰਗਤੇ ਬਣ ਗਏ ਆਪਾਂ ਸਾਰੇ ਦੁਨੀਆ ਦੇ ਮੂਹਰੇ, ਕਿਉਂਕਿ ਅਸੀਂ ਆਪਣਾ ਖਿਆਲ ਹੀ ਨਹੀਂ ਰੱਖਦੇ। ਇਹਨੂੰ ਸਮਝ ਅੱਜ ਵੀ ਨਹੀਂ ਜੀ, ਕਰੋਨਾ ਤਾਂ ਕੋਈ ਹੈ ਨਹੀਂ, ਇਹ ਤਾਂ ਸਰਕਾਰਾਂ ਆਪਣੇ, ਮੈਂ ਤਾਂ ਹੈਰਾਨ ਆ ਉਹ ਲੋਕਾਂ, ਵੱਡੇ ਸਿਆਣੇ ਲੋਕ ਗੱਲਾਂ ਕਰਨਗੇ ਜਿਹੜੇ ਆਪਣੇ ਕਈ ਵੱਡੇ ਲੀਡਰ, ਇਹ ਤਾਂ ਜੀ ਸਰਕਾਰਾਂ ਆਪਣੇ ਲਈ ਵਰਤਦੀਆਂ ਏ। ਇਹ ਜਿਹੜੇ ਹੁਣ ਆ ਲੋਕੀ ਤੜਫਦੇ ਆ ਪਏ ਹਸਪੀਟਲਾਂ 'ਚ, ਆਕਸੀਜਨ ਤੁਸੀਂ ਅੰਦਾਜ਼ਾ ਲਾਓ, ਜਿਵੇਂ ਮਛਲੀ ਨੂੰ ਆਪਾਂ ਕੱਢਦੇ ਆ ਨਾ, ਮਛਲੀ ਨੂੰ ਪਾਣੀ 'ਚੋਂ ਕੱਢ ਕੇ ਤੜਫਦੀ ਆ, ਤੇ ਜਦੋਂ ਪਾ ਦਿੰਦੇ ਆ ਫਿਰ ਉਹ ਇੱਕਦਮ ਉਹ 'ਚ ਜਾਨ ਪੈ ਜਾਂਦੀ ਹੈ। ਉਸ ਤਰੀਕੇ ਨਾਲ ਇਸ ਕੋਵਿਡ 'ਚ ਆਕਸੀਜਨ ਬਗੈਰ ਬੰਦਾ ਤੜਫ ਰਿਹਾ, ਤੁਸੀਂ ਇਹਨੂੰ ਕਹਿੰਦੇ ਹੋ ਨਹੀਂ ਇਹ ਤਾਂ ਜੀ ਕੁਛ ਵੀ ਨਹੀਂ ਗਾ, ਇਹ ਤਾਂ ਜੀ ਸਰਕਾਰਾਂ ਬਣਾ ਰਹੀਆਂ। ਸਰਕਾਰਾਂ ਨੇ ਕੀ ਕਰਨਾ ਜੀ ਬਣਾ ਕੇ? ਕੋਈ ਐਸਾ ਨਿਰਦਈ ਹੋ ਸਕਦਾ ਹੈ? ਕੋਈ ਸਰਕਾਰਾਂ, ਸਾਰੀ ਦੁਨੀਆ ਦੀਆਂ ਸਰਕਾਰਾਂ ਬਣਾ ਰਹੀਆਂ ਹੈ। ਇਹੀ ਇਹ ਬੇਵਕੂਫ ਨੰਬਰ 1 ਟਰੰਪ ਕਹਿ ਰਿਹਾ ਸੀ, ਇਹੀ ਗੱਲ ਅਮਰੀਕਾ ਦਾ ਰਾਸ਼ਟਰਪਤੀ। ਕਿੰਨੇ ਲੱਖ ਲੋਕ ਉਹਨੇ ਮਰਵਾਏ, ਤੇ ਅੱਜ ਜਦੋਂ ਚੇਂਜ ਹੋ ਗਈ, ਅੱਜ ਉਹਨਾਂ ਨੇ ਦੇਸ਼ ਆਪਣਾ ਸੁਧਾਰ ਲਿਆ। ਇਸ ਕਰਕੇ ਅੱਜ ਇਹੋ ਜਿਹੀਆਂ ਗੱਲਾਂ ਬਿਲਕੁਲ ਨਾ ਕਹੋ। ਪਿੰਡਾਂ ਦੇ ਵਿੱਚ ਇਹ ਜਾਣ ਲੱਗ ਗਿਆ। ਮੇਰੀ ਬੇਨਤੀ ਆ ਸਾਰੇ ਆਪਣੇ ਪਿੰਡਾਂ ਦੇ ਲੋਕਾਂ ਨੂੰ, ਬਿਲਕੁਲ
ਕੁਛ 15 ਦਿਨ ਪਹਿਲਾਂ ਸ਼ਹਿਰ 'ਚ ਆਉਣਾ ਬੰਦ ਕਰ ਦਿਓ, ਬਿਲਕੁਲ ਸ਼ਹਿਰ 'ਚ ਨਾ। ਸ਼ਹਿਰ 'ਚੋਂ ਤੁਸੀਂ ਜਦੋਂ ਲੈ ਕੇ ਜਾਂਦੇ ਹੋ 5 ਬੰਦੇ 10 ਜਾਣੇ, ਉੱਥੇ ਜਾ ਕੇ 100 ਬੰਦੇ ਨਹੀਂ ਹੁੰਦਾ। ਪਿੰਡਾਂ ਵਾਲੇ ਦੁਬਾਰਾ ਆਪਣੇ ਆਪਣੇ ਪਿੰਡਾਂ, ਜਿਵੇਂ ਤੁਸੀਂ ਪਹਿਰੇ ਲਾਏ ਸੀ ਵੀ ਨਹੀਂ ਭਾਈ ਬਾਹਰਲਾ ਨਾ ਆਉਣ ਦੇਣਾ, ਨਾ ਸਾਡਾ ਕੋਈ ਬਾਹਰ ਜਾਊਗਾ, ਇਹ ਦੁਬਾਰਾ ਇਹ ਰੂਟੀਨ ਬਣਾਓ। ਬਹੁਤ ਜ਼ਰੂਰੀ ਹੈ। ਜੇ ਸਰਕਾਰ ਹਜੇ ਲੋਕਡਾਊਨ ਲਾਉਣ ਨੂੰ ਉਹਨਾਂ ਨੇ ਅੱਜ ਕਿਹਾ ਵੀ ਅਸੀਂ ਦੇਖਣਾ ਹੈ 4 ਜਾਂ 5 ਦਿਨ, ਹਫ਼ਤਾ ਦੇਖਣਾ, ਰੁਕ ਨਹੀਂ ਹੋਣਾ, ਇਹ ਰੁਕਣਾ ਨਹੀਂਗਾ। ਲੋਕਡਾਊਨ ਲਾਉਣਾ ਹੀ ਪੈਣਾ ਹੈ ਜੇ ਆਪਾਂ ਨਹੀਂ ਹਟਾਂਗੇ। ਕੋਈ ਵੀ ਬਹੁਤ ਸਟੇਟਾਂ ਨੇ ਲਾਤਾ ਹੈ, ਚਲੋ, ਪਰ ਤੁਸੀਂ ਆਪਣੀ ਜ਼ਿੰਮੇਵਾਰੀ ਹੈ ਜਿਹੜੀ। ਇੱਕ ਗੱਲ ਹੋਰ ਮੇਰੀ ਹੱਥ ਦੇਖੋ, ਧਰਮ ਨੂੰ ਤੇ ਵਾਇਰਸ ਨੂੰ ਇਹਨੂੰ ਅਲੱਗ ਰੱਖੋ। ਮੰਦਰ, ਗੁਰਦੁਆਰੇ, ਗਿਰਜਾ ਘਰ, ਸਾਰਿਆਂ ਦੇ ਮੌਸ ਜਾਣਾ ਜਿਹੜਾ ਹੈ ਉਹ ਅੱਜ ਕੱਲ੍ਹ ਹਰ ਘਰੋਂ ਮੱਥਾ ਟੇਕਿਆ ਜਾ ਸਕਦਾ। ਰੱਬ ਤਾਂ ਆਪਣੇ ਅੰਦਰ ਆ, ਠੀਕ ਆ, ਉੱਥੇ ਗੁਰਦੁਆਰੇ ਮੰਦਰ ਵੀ ਆਪਾਂ ਜਾਣਾ, ਪਰ ਆਹ ਦਿਨਾਂ ਦੇ ਵਿੱਚ ਰੱਬ ਨੂੰ ਘਰੋਂ ਅਰਦਾਸ ਕਰ ਦਿਓ, ਲੋਕਾਂ ਲਈ ਅਰਦਾਸ ਕਰੋ। ਹਰ ਟੀਵੀ ਚੈਨਲ ਤੇ ਤੁਸੀਂ ਦੇਖ ਸਕਦੇ ਹੋ, ਉੱਥੇ ਆਪਣੀ ਪਾਠ ਪੂਜਾ ਹੈ ਉਹ ਕਰੋ, ਪਰ ਥੋੜਾ ਜਿਹੜਾ ਹੈ ਇਹ ਕਿਤੇ ਨਹੀਂ, ਗੁਰੂ ਮਹਾਰਾਜ ਜੀ ਨੇ ਕਿਸੇ ਧਰਮ 'ਚ ਕਿਤੇ ਨਹੀਂ ਇਹ ਗੱਲ ਕਹੀ ਵੀ ਮਹਾਮਾਰੀ ਦੇ ਵਿੱਚ ਤੁਸੀਂ ਮੇਰੇ ਕੋਲ ਜਦੋਂ ਆਉਣਾ ਤੇ ਮਾਸਕ ਖੋਲ੍ਹ ਕੇ ਆਉਣਾ, ਇਹ ਕਿਤੇ ਲਿਖਿਆ ਨਹੀਂ। ਇਸ ਕਰਕੇ ਗੁਰੂ ਮਹਾਰਾਜ ਤੋਂ ਆਪਣੀ ਸਿਹਤ ਲਈ, ਆਪਣੀ ਲੋਕਾਂ ਦੇ ਲਈ, ਆਪਣੇ ਦੇਸ਼ ਲਈ ਮੰਗੋ, ਪਰ ਘਰੋਂ ਬਹਿ ਕੇ ਜਿਹੜਾ ਕਿ ਨਾ ਆਪਾਂ ਐਡਮਿਨਿਸਟ੍ਰੇਸ਼ਨ ਦੀ, ਨਾ ਆਪਾਂ ਗੁਰਦੁਆਰੇ ਮੰਦਰ ਉੱਥੇ ਜਾ ਕੇ ਉਹਨਾਂ ਦੀ ਤਕਲੀਫ ਨੂੰ, ਜਿਹੜੇ ਉੱਥੇ ਦੇ ਪ੍ਰਬੰਧਕ ਨੇ, ਕਿਉਂਕਿ ਜਦੋਂ ਵੀ ਤੁਸੀਂ ਬਾਹਰ ਇਕੱਠੇ ਹੁੰਦੇ ਹੋ, ਜਦੋਂ ਤੁਸੀਂ ਗੱਡੀਆਂ 'ਚ ਜਾਂਦੇ ਹੋ, ਮੂਵਮੈਂਟ ਤਾਂ ਮੂਵਮੈਂਟ ਹੈ ਨਾ। ਇਸ ਕਰਕੇ ਜਦੋਂ ਵੀ ਇਕੱਠ ਹੁੰਦਾ ਉਹਨੂੰ ਆਪਾਂ ਅਵੋਇਡ ਕਰੀਏ। ਮੈਨੂੰ ਲੱਗਦਾ ਤੁਸੀਂ ਮੇਰੀ ਭਾਵਨਾ ਨੂੰ ਸਮਝੋਗੇ। ਮੈਂ ਰੱਬ ਤੋਂ ਇੱਕ ਤਿਨਕਾ ਹੈ, ਉਹਨਾਂ ਦਾ ਇਨਸਾਨ ਬਣਾਇਆ ਹੋਇਆ ਇੱਕ ਤਿਨਕਾ ਹੈ। ਮੈਂ ਕੋਈ ਗੱਲ ਨਹੀਂ, ਪਰ ਮੈਂ ਇੰਨਾ ਬੇਨਤੀ ਜ਼ਰੂਰ ਕਰਦਾ ਵੀ ਇਕੱਠ ਨੂੰ ਉਹਨੂੰ ਅਵੋਇਡ ਆਪਾਂ ਜ਼ਰੂਰ ਕਰੀਏ। ਜਦੋਂ ਆਪਾਂ ਕਹਿੰਦੇ ਆ ਵੀ ਜਿੱਥੇ ਵੀ ਭੀੜ ਆ, ਜਿੱਥੇ ਵੀ ਹੈ ਤੇ ਉੱਥੇ ਪ੍ਰੋਬਲਮ ਹੋ ਸਕਦੀ ਹੈ, ਇਹ ਮੇਰੀ ਗੱਲ ਨੂੰ ਤੁਸੀਂ ਜ਼ਰੂਰ, ਮੈਂ ਸਮਝਦਾ ਕਿਤੇ ਨਾ ਕਿਤੇ ਇਸ ਗੱਲ ਨੂੰ ਸਮਝੋਗੇ। ਉਦੋਂ ਬਾਅਦ 2 ਗੱਲਾਂ ਤੁਹਾਡੇ ਨਾਲ ਮੈਂ ਹੋਰ ਕਰਨੀਆਂ। ਇੱਕ ਤਾਂ ਜਿਵੇਂ ਮੈਂ ਕਿਹਾ ਵੀ ਜਿਹੜੇ ਪ੍ਰਾਈਵੇਟ ਹਸਪੀਟਲ ਨੇ, ਤੁਸੀਂ ਇੱਕ ਗੱਲ ਨੂੰ ਸੋਚੋ, ਅੱਜ ਜੇ ਹਸਪੀਟਲ ਦਾ, ਖੈਰ ਮੈਂ ਨਹੀਂ ਕਹੂੰਗਾ, ਕਈ ਡਾਕਟਰਸ ਦੀ ਮੈਂ ਬੇਨਤੀ ਕਰਨਾ ਵੀ ਅੱਜ ਜੇ ਤੁਸੀਂ ਕਿਸੇ ਨੂੰ ਠੀਕ ਕਰ ਦੋਗੇ, ਅੱਜ ਜੇ ਕਿਸੇ ਦਾ ਤੁਸੀਂ ਸਸਤਾ ਇਲਾਜ ਕਰ ਦੋਗੇ, ਮੁਫਤ ਇਲਾਜ ਕਰ ਦੋਗੇ, ਉਹ ਤਾਂ ਸਾਰੀ ਉਮਰ ਲਈ ਤੁਸੀਂ ਖਰੀਦ ਲਿਆ, ਉਹ ਤਾਂ ਤੁਹਾਡਾ ਬਣ ਜੂ ਸਾਰੀ ਉਮਰ। ਜੇ ਕੋਈ ਉਹਨੂੰ ਛਿੱਕ ਵੀ ਆਊ, ਕੱਲ੍ਹ ਨੂੰ ਕੋਈ ਉਹਦਾ ਬੱਚਾ ਬਿਮਾਰ ਹੋਊ, ਤੁਹਾਡੇ ਕੋਲ ਹੀ ਆਊਗਾ। ਜਦ ਅੱਜ ਦੁੱਖ ਦੀ ਘੜੀ ਤੁਸੀਂ ਉਹਦਾ ਇਲਾਜ ਕਰ ਦੋਗੇ, ਅੱਜ ਥੋੜਾ ਉਹ ਤੋਂ ਪੈਸੇ ਕੱਟ ਲਓ, ਅੱਜ ਉਹ ਤੋਂ ਥੋੜਾ ਉਹਦੀ ਮਦਦ ਕਰ ਦਿਓ। ਤੇ ਬਾਕੀਆਂ ਨੂੰ ਮੈਂ ਸਾਰਿਆਂ ਨੂੰ ਕਹਿਣਾ, ਜਿਵੇਂ ਪਿਛਲੀ ਵਾਰ ਆਪਾਂ ਇਹ ਕੀਤਾ ਸੀ, ਪੈਸੇ ਇਕੱਠੇ ਕਰ ਲਈਏ। ਕੁਛ NGOs ਤਾਂ ਲੱਗੀਆਂ ਹੀ ਹੋਈਆਂ, ਕੁਛ ਹੋਰ ਲੋਕਲ ਵੀ ਜਿਹੜੇ ਮੁਹੱਲਾ ਕਮੇਟੀਜ਼ ਨੇ, ਉਹ ਕਿਸੇ ਦੇ ਇਲਾਜ ਕਰ ਸਕਦੀਆਂ ਵੀ ਭਾਈ ਡੋਨੇਸ਼ਨ ਅਸੀਂ ਦੇਣਾ ਚਾਹੁੰਦੇ ਹਾਂ। ਉਹ ਬਹੁਤ ਜ਼ਰੂਰੀ ਹੈ ਇਸ ਵੇਲੇ, ਕਿਉਂਕਿ ਲੋਕਾਂ ਕੋਲ ਇੰਨਾ ਪੈਸਾ ਨਹੀਂ ਜਿੰਨਾ ਇਸ ਬਿਮਾਰੀ ਤੇ ਪੈਸਾ ਲੱਗਦਾ ਏ। ਪ੍ਰਾਈਵੇਟ ਕਈ ਵਾਰ ਇਹ ਹੁੰਦਾ, ਹਰੇਕ ਬੰਦਾ ਸਰਕਾਰੀ ਹਸਪੀਟਲ 'ਚ ਨਹੀਂ ਜਾਣਾ ਚਾਹੁੰਦਾ, ਉਹ ਅੱਜ ਉਹ ਗੱਲ ਨਹੀਂ ਕਰਾਂਗੇ, ਪਰ ਇਹ ਜ਼ਰੂਰ ਬਣਾਓ ਆਪਣੇ ਆਪਣੇ ਮੁਹੱਲਾ ਕਮੇਟੀਆਂ, ਕੁਝ ਪੈਸਾ ਇਕੱਠਾ ਕਰਕੇ ਵੀ ਅਸੀਂ ਭਾਈ ਜੇ ਕਿਸੇ ਬਹੁਤ ਮੁਸ਼ਕਿਲ 'ਚ, ਕਿਉਂਕਿ ਕਈ ਵਾਰ ਬੰਦਾ ਕਹਿੰਦਾ ਵੀ ਨਹੀਂ, ਅੱਜ ਕੱਲ੍ਹ ਇਹ ਬਹੁਤ ਵੱਡੀਆਂ ਸਮੱਸਿਆ, ਆਪਣੇ ਆਪ ਨੂੰ ਨਹੀਂ ਬੰਦਾ ਦਿਖਾ ਸਕਦਾ, ਪਰ ਆਪ ਪਤਾ ਕਰੋ, ਆਪ ਮਦਦ ਕਰਨ ਦੀ ਕੋਸ਼ਿਸ਼ ਕਰੋ। ਦੂਜੀ ਗੱਲ, ਇੱਕ ਤਾਂ ਇਹ ਸਭ ਤੋਂ ਵੱਡੀ ਜ਼ਰੂਰੀ ਆ, ਤੇ ਜਿਹੜੀ ਮੈਂ ਦਾਨ ਵਾਲੀ ਗੱਲ ਕਹੀ ਆ, ਆਪਾਂ ਦਾਨ ਜਿਹੜਾ ਸਮਝ ਲਓ ਗੁਰਦੁਆਰੇ ਮੰਦਰ ਆਪਾਂ ਕਰਨਾ ਹੈ, ਪਰ ਆ ਥੋੜਾ ਚਿਰ, ਆ 3 ਮਹੀਨੇ ਸਾਲ ਆਪਾਂ AC ਮੰਦਰ ਗੁਰਦੁਆਰੇ, ਪੱਖੇ ਮੰਦਰ ਗੁਰਦੁਆਰੇ, ਗਲੀ ਦਲੀ ਜਿਹੜੇ ਵਧੀਆ ਥੱਲੇ ਵਿਛਾਉਣ, ਜੋ ਵੀ ਚੀਜ਼ਾਂ ਹੈ, ਉਹ ਆਪਣਾ ਦੇਸ਼ ਇੰਨਾ ਅਮੀਰ ਨਹੀਂ ਹੈ, ਇਹ ਮੰਨਣਾ ਪਊਗਾ ਜਿਸ ਹਿਸਾਬ। ਤੇ
1 ਸਾਲ ਲਈ ਜਿਹੜਾ ਵੀ ਆਪਾਂ ਦਾਨ ਗੁਰਦੁਆਰੇ ਮੰਦਰ ਕਰਨਾ ਚਾਹੁੰਦੇ ਹਾਂ ਉਹ ਆਪਾਂ ਹਸਪੀਟਲ 'ਚ ਕਰੀਏ। ਹਸਪੀਟਲ ਬਣਨ ਵਧੀਆ, ਉੱਥੇ ਪੈਸਾ ਪਿਆ ਹੋਵੇ, ਕੋਈ ਵੀ ਮਰੀਜ਼ ਆਵੇ ਉਹਦੇ ਲਈ, ਤੇ ਪਰ ਜਿਹੜੀਆਂ ਹੋਰ ਮਸ਼ੀਨਾਂ, ਹੋਰ ਜੋ ਕੁਝ ਵੀ ਚਾਹੀਦਾ ਉਹ ਆਪਾਂ 1 ਸਾਲ ਲਈ ਜਿਹੜਾ ਹੈ ਆਪਣੇ ਇਹ ਸੁਧਾਰ ਲਿਆਈਏ ਇਸ ਤਰੀਕੇ ਨਾਲ। ਜਿਵੇਂ ਆਪਾਂ ਆਪਣੇ ਗੁਰਦੁਆਰੇ ਮੰਦਰ ਵਧੀਆ ਬਣਾਏ, ਉਹ ਆਪਾਂ ਇਸ ਤਰੀਕੇ ਨਾਲ ਹਸਪੀਟਲ ਬਣਾਈਏ। ਇਹ ਆਪਾਂ ਕਹਿ ਕੇ ਨਹੀਂ ਵੀ ਅੱਜ ਤੱਕ ਤਾਂ ਹੁਣ ਕਿਉਂ ਤੁਸੀਂ ਕਹਿ ਰਹੇ ਹੋ ਵੀ ਅੱਜ ਤੱਕ ਤੁਸੀਂ ਸੁੱਤੇ ਪਏ ਸੀ, ਅੱਜ ਤੁਸੀਂ ਇਹ ਗੱਲ ਕਰ ਰਹੇ ਹੋ ਸਰਕਾਰਾਂ ਨੇ ਕੀ ਕੀਤਾ ਹੈ। ਉਹ ਇੱਕ ਵਿਸ਼ਾ ਅਲੱਗ ਲੈ ਕੇ ਆਪਣੀ ਡਿਊਟੀ, ਆਪਣਾ ਕੰਮ ਆ ਜਿਹੜਾ, ਉਹ 'ਤੇ ਆਪਾਂ ਉਹਨੂੰ ਜ਼ਿੰਮੇਵਾਰੀ ਸਮਝੀਏ। ਜਿਹੜਾ ਨਹੀਂ ਕਰਦਾ ਉਹਨੂੰ 5 ਸਾਲ ਬਾਅਦ ਤੁਸੀਂ ਬਦਲ ਸਕਦੇ ਹੋ, ਤੁਹਾਡੇ ਕੋਲ ਉਹ ਅਖਤਿਆਰ ਹੈਗਾ, ਉਦੋਂ ਅਗਲੇ ਨਾਲ ਉਹ ਹਿਸਾਬ ਉਦੋਂ ਕਰੋ। ਪਰ ਹੁਣ ਇਹ ਨਹੀਂ ਸਰਕਾਰਾਂ 'ਤੇ ਛੱਡ ਕੇ ਸਰਕਾਰ ਕੀ ਕਰਦੀ ਆ ਨਹੀਂ ਕਰਦੀ, ਆਪਾਂ ਆਪ ਜ਼ਿੰਮੇਵਾਰੀ ਆਪਣੀ ਇੱਕ ਦੇਸ਼ ਵਾਸੀ ਹੋਣ ਦੀ, ਕਿਉਂਕਿ ਆਪਣਾ ਦੇਸ਼ ਆ ਜਿਹੜਾ, ਆਪਾਂ ਰਾਸ਼ਟਰਵਾਦੀ ਆਪਣੇ ਆਪ ਨੂੰ ਕਹਿੰਦੇ ਆ, ਹੈ ਵੀ, ਤੇ ਉਹ ਰਾਸ਼ਟਰਵਾਦੀ ਕਦ ਦਿਖਾਵਾਂਗੇ ਹੋਰ ਆਪਾਂ ਆਪਣੇ ਦੇਸ਼ ਲਈ ਆਪਣੀ ਕਦ ਆਪਣੀ ਜਿਹੜੀ ਜ਼ਰੂਰਤ ਆ ਆਪਣੇ ਅੱਜ ਆਪਣੇ ਦੇਸ਼ ਨੂੰ, ਆਪਣੇ ਸੂਬੇ ਨੂੰ, ਤੇ ਅੱਜ ਆਪਾਂ ਕਿਉਂ ਨਾ ਕੁਝ ਕਰਕੇ ਦਿਖਾਈਏ। ਤੇ ਇਹ ਬਹੁਤ ਜ਼ਰੂਰੀ ਹੈ, ਦਾਨ ਦੀ ਦਿਸ਼ਾ, ਇਹਨੂੰ ਸ਼ਕਲ ਨੂੰ ਜ਼ਰੂਰ ਆਉਣ ਵਾਲੇ ਦਿਨਾਂ 'ਚ ਬਦਲੋ। ਤੇ ਵੱਧ ਤੋਂ ਵੱਧ ਜਿਹੜਾ ਹੈ ਮੈਂ ਲੁਧਿਆਣੇ ਬਹੁਤ ਵੱਡੇ ਇੰਡਸਟਰੀਜ਼ ਤੇ ਬਹੁਤ ਗਰੀਬ ਹੀ ਆਮ ਨੇ ਜਿਹੜੇ ਆਪਣੇ ਜਨਮ ਦਿਨ ਵਾਲੇ ਦਿਨ, ਆਪਣੇ ਬਜ਼ੁਰਗਾਂ ਦੇ ਜਨਮ ਦਿਨ ਵਾਲੇ ਦਿਨ, ਜਿਨ੍ਹਾਂ ਦੀ ਡੈਥ ਹੋ ਗਈ, ਜਾਂ ਉਹ ਇਹ ਕੋਸ਼ਿਸ਼ ਕਰਦੇ ਆ ਵੀ ਅਸੀਂ ਕੁਛ ਨਾ ਕੁਛ ਹਸਪੀਟਲ 'ਚ ਅੱਜ ਦਾਨ ਕਰੀਏ। ਉਹ ਵੀ ਲੋਕਾਂ ਦੀ ਸੋਚ, ਤੇ ਇਹ ਮੈਂ ਸਮਝਦਾ ਹੋਰ ਲੋਕਾਂ ਨੂੰ ਤੁਸੀਂ ਕਹੋਗੇ ਸਿੱਖਿਆ ਦੇ ਰਿਹਾ। ਜੋ ਮੇਰੇ ਕੋਲ ਲੋਕਾਂ ਨਾਲ ਮੈਂ ਗੱਲ ਕਰਕੇ, ਜੋ ਮੇਰੇ ਕੋਲ 4 ਗੱਲਾਂ ਮੈਨੂੰ ਸਮਝ ਗਿਆ, ਮੈਂ ਕਿਹਾ ਮੈਂ ਜ਼ਰੂਰ ਇੱਕ ਮੈਂਬਰ ਪਾਰਲੀਮੈਂਟ ਹੋਣ ਨਾਤੇ ਜ਼ਰੂਰ ਲੋਕਾਂ ਦੇ ਮੂਹਰੇ ਰੱਖਾਂ, ਇਹ ਗੱਲਾਂ ਕਹਾਂ, ਕਿਉਂਕਿ ਇਹ ਮੰਨਣਾ ਪਊਗਾ ਅੱਜ ਜਿਹੜੀਆਂ ਸਰਕਾਰਾਂ ਨੇ ਉਹਨਾਂ ਦੇ ਹਾਲਾਤ ਤੁਹਾਡੇ ਮੂਹਰੇ, ਆਪਾਂ ਉਸ ਨੂੰ ਕਿੰਤੂ ਪਰੰਤੂ ਆ ਜਿਹੜਾ ਉਹ ਕਰਨ ਦਾ ਟਾਈਮ ਨਹੀਂ ਗਾ। ਸ਼ਮਸ਼ਾਨ ਘਾਟ, ਕਬਰਿਸਤਾਨ, ਉਹਨਾਂ 'ਚ ਤਾਂ ਬਾਰੀ ਨਹੀਂ ਆ ਰਹੀ। ਮੈਂ ਲੁਧਿਆਣੇ ਦੀ ਤੁਹਾਨੂੰ ਗੱਲ ਦੱਸਦਾ, ਉਦੋਂ ਮੈਂ ਹੈਰਾਨ ਹੋ ਗਿਆ। ਮੈਂ ਡੀਸੀ ਸਾਹਿਬ, ਕਮਿਸ਼ਨਰ ਕਾਰਪੋਰੇਸ਼ਨ, ਮੇਅਰ ਸਾਹਿਬ ਅਸੀਂ ਬੈਠੇ, ਉਹ ਕਹਿੰਦੇ ਜੀ ਕੱਲ੍ਹ ਕੀ ਹੋਇਆ, ਕਿਉਂਕਿ ਇੱਕ ਜਦੋਂ ਕਰੋਨਾ ਦਾ ਪੇਸ਼ੈਂਟ ਆ, ਉਹ ਜੇ ਡੈਥ ਹੋ ਜਾਂਦੀ ਆ 2 ਤੋਂ 3 ਘੰਟੇ ਲੱਗਦੇ ਆ ਉਹਦਾ ਸੰਸਕਾਰ ਕਰਨ। ਬਈ ਜੇ 4 ਡੈਥ ਹੋ ਗਈਆਂ, 5 ਹੋ ਗਈਆਂ, ਤੇ ਡੈਡ ਬੋਡੀ ਆ ਰਹੀ ਆ, ਤੇ ਇੱਕ ਦਾ ਸੰਸਕਾਰ 2 ਘੰਟੇ, ਦੂਜੇ ਦਾ 4 ਘੰਟੇ ਹੋ ਗਏ, ਤੀਜੇ ਦਾ 6 ਘੰਟੇ, 8-8 ਘੰਟੇ ਜਿਹੜੇ ਆ ਉਹ ਰਿਸ਼ਤੇਦਾਰ ਰੋਂਦੇ ਕਰਲਾਉਂਦੇ। ਇੱਕ ਤਾਂ ਉਹ ਸਾਰੇ PPE ਕਿੱਟਾਂ ਪਾ ਕੇ ਉਹ ਖੜੇ ਆ। ਇਸ ਕਰਕੇ 9 ਸ਼ਮਸ਼ਾਨ ਘਾਟ ਨੇ ਜਿਹੜੇ ਉਹ ਅੱਗੇ ਵਧਾਉਣੇ ਪਏ ਉਹਨਾਂ ਦੇ ਜਿਹੜੇ, ਤੇ ਲੋਕ, ਮੈਂ ਉਦੋਂ ਹੀ ਕਿਹਾ, ਮੈਂ ਕਿਹਾ ਉਹ ਵਿਚਾਰੇ ਜਿਹੜੇ ਅੱਜ ਤੱਕ ਜਦੋਂ ਕੋਈ ਘਰ ਦਾ ਨੇੜੇ ਨਹੀਂ ਆਉਂਦਾ ਸੀ। ਮੈਨੂੰ ਇਹ ਯਾਦ ਆ ਜਦੋਂ DSP ਆਪਣੇ ਪਹਿਲੀ ਵਾਰ ਉਹਨਾਂ ਦੀ ਡੈਥ ਹੋਈ, ਤੇ ਨੌਜਵਾਨ ਸਾਥੀ ਕੁਛ ਮੇਅਰ ਸਾਹਿਬ ਦੇ ਵਾਰਡ 'ਚੋਂ ਮੂਹਰੇ ਆਇਆ, ਅੱਜ ਵੀ ਉਹ ਸੰਸਕਾਰ ਕਰ ਰਹੇ ਆ, ਤੇ ਉਹਨਾਂ ਨੇ ਅੱਗੇ ਮੁੰਡੇ ਹੁਣ ਆਪਣੇ ਹੋਰ ਗਰੁੱਪ ਦੇ ਕਿਹਾ ਵੀ ਅਸੀਂ ਹੋਰ 20 ਮੁੰਡੇ ਅਸੀਂ ਇਕੱਠੇ ਹੋ ਕੇ ਜਿਹੜਾ ਹੈ ਇਸ ਤਰੀਕੇ ਨਾਲ ਆਪਣੀ ਸੰਵੇਦਨਾ ਵਾਲੇ ਨੇ ਜਿਹੜੇ ਐਂਬੂਲੈਂਸ ਸੇਵਾ ਕਰਦੇ ਆ। ਇਹ ਸਰਕਾਰ ਨਹੀਂ ਕਰ ਰਹੀ, ਇਹ ਆਮ ਲੋਕ ਕਰ ਰਹੇ ਆ। ਇੱਥੇ ਤਾਂ ਸੰਸਕਾਰ ਕਰਨ ਨੂੰ ਕੋਈ ਇੱਥੇ ਸਭ ਭੱਜ ਗਏ ਸੀ। ਤੁਹਾਨੂੰ ਯਾਦ ਹੋਣਾ ਜਦੋਂ ਭਾਈ ਨਿਰਮਲਜੀਤ ਜੀ ਕਿੱਡੇ ਵੱਡੇ ਰਾਗੀ ਸਿੰਘ ਸੀ, ਸੰਸਕਾਰ ਕਰਨ ਨੂੰ ਜਗ੍ਹਾ ਨਹੀਂ ਦਿੱਤੀ ਸ਼ਮਸ਼ਾਨ ਘਾਟ, ਤਾਂ SDM ਦੇ ਉੱਥੇ ਤੇ ਉਹਨਾਂ ਦੇ ਬੇਟਾ ਕਿਤੇ ਕਾਲੀ ਜਗ੍ਹਾ 'ਚ ਜਾ ਕੇ, ਐਡੇ ਵੱਡੇ ਮਹਾਨ ਕੀਰਤਨੀਏ ਰਾਗੀ ਸਾਡੇ ਦਰਬਾਰ ਸਾਹਿਬ ਦੇ, ਉਹਨਾਂ ਨੂੰ ਬਾਹਰ ਜਾ ਕੇ ਸੰਸਕਾਰ ਖਾਲੀ ਜਗ੍ਹਾ 'ਚ ਰਾਤ ਨੂੰ ਕਰਨਾ ਪਿਆ। ਤੇ ਦੇਖੋ ਹਾਲਾਤ ਕੀ ਨੇ, ਤੇ ਅੱਜ ਤੱਕ ਲਾਈਨਾਂ ਲੱਗੀਆਂ ਪਈਆਂ। ਤੇ ਇਸ ਕਰਕੇ ਪੰਜਾਬ 'ਚ ਹਰ ਰੋਜ਼ ਸੈਂਕੜੇ ਤੋਂ ਉੱਤੇ ਜਿਹੜਾ ਹੈ ਉਹ ਅੰਕੜਾ ਜਿਹੜਾ ਉਹ ਟੱਪਿਆ ਹੁੰਦਾ। ਤੇ ਪੰਜਾਬ 'ਚੋਂ ਲੁਧਿਆਣਾ ਜਦੋਂ ਟੌਪ 'ਤੇ ਆ ਜਾਂਦਾ, ਕਿਉਂਕਿ ਸਭ ਤੋਂ ਵੱਡਾ ਸ਼ਹਿਰ ਹੈ।
बराबर कोई शहर ही नहीं गा, कई शहर मिला के लुधियाना बनता है तो सब तो वध आबादी है, पॉपूलेशन आ, संघनी आबादी है। इस करके पिंडां वाले बेनती आ खास तौर लुधियाने जिहड़ा वो आउण दा जां वड्डे शहरां च खन्ना, जगराओं, ये माछीवाड़ा, समराला, रैकोट, ये वड्डे शहर ने जिहड़े इन्हां च थोड़ा जिहा कुछ दिनों लिए अपना परहेज करन। कोई गल नहीं, परमात्मा जिंदगी दो जो मर्जी अगे टाइम, जो जिंदगी नहीं तो फिर कुछ नहीं। तो इस करके ये लाजमी है। होर एक मीडिया बहुत अज उन्होंने चलो, क्योंकि ये भी फस्ट लाइन च ने, इन्होंने भी अज वैक्सीनेशन की गल CM साहब ने की है। पॉजिटिव खबर है जड़ियाँ, क्योंकि लोग अंदर एनजाइटी आ, चाहे डिप्रैशन च आ रहे हैं, हर वेले सिवे देख के, हर वेले हॉस्पिटल चीख चिहाड़ा दे बच्चे घबराए पे है। तो मैं समझदा खबर असलीयत दसनी है, ये नहीं है किसी ने नहीं दसनी, पर थोड़ा उहदे विचों पॉजिटिव न्यूज़ भी, चंगियां न्यूज़ भी जिहड़ियां है उहदे लिए भी जिहड़ा है वो जरूरी आ। मैं अपने लुधियाने के साथियों को ये गल जरूर बेनती करूँगा, क्योंकि बहुत ये महामारी लोगों के उत्ते स्ट्रैस आ, लोग बहुत घबराए हुए आ। सही खबर देनी है उन्होंने तक, पर उन्होंने पॉजिटिव भी अपना जोड़ा रखना, वो भी अपना एक काम आ। देखो हॉस्पिटल ने जोड़े इस वेले वो पहला ओवर क्राउडेड ने भरे पे, इस करके ये मैं डराउन वाली गल नहीं करता। पर जदों दिल्ली वर्गे शहर जोड़ा नैशनल कैपिटल आ, जिथे सूबा ते सेंटर सरकार का बराबर का हिस्सा, तो केजरीवाल साहब चीफ मिनिस्टर जिन्होंने बड़ा शातिर सियाने समझा जाता है, तो उत्थे मोदी साहब भी बैठे आ, प्राइम मिनिस्टर ने, वो भी बहुत ताकतवर प्राइम मिनिस्टर मन्ने जाते हैं। तो दिल्ली दे विच जदों अज आ हाल ने भी हॉस्पिटल डॉक्टर बेचारे ऑक्सीजन तो बगैर मर रहे आ, तो तुसी आप अंदाजा लाओ भी पंजाब आपां किन्ना इनू होर खिच लांगे जे आपां आपदा ख्याल ना रखिया, लॉकडाउन ना लिया, तो इनू किन्ना होर इनू एक्सपैंड रबड़ नू कर ला जो दिल्ली ये हालात ने। इस करके पंजाब नू बचाउणा बहुत वड्डी जिम्मेवारी है। बहुत इशू चल रहे हैं पंजाब च, किसानों का इशू अलग बहुत बड़ा, लोग सड़कों पर ने, उस बाद बेअदबी का इशू बहुत बड़ा है, वो आने वाले दिनों मुजाहरे हो रहे हैं। इस करके पंजाब बहुत इस वेले जिहड़ा है वो औखी घड़ी दे विच पंजाब जिहड़ा वो जूझ रहा। ये परमात्मा की कृपा, परमात्मा की मेहर नाल जिहड़ा ये बचाव हो सकता है। एक गल एक मैं होर कहना, क्योंकि एक गल नूं समझो, जिहड़ी बॉडी आ, शरीर आ, बनतर आ, जिहड़ी ये हरेक नूं इशारा ये सिग्नल्स देन लग जाती है। ये मनना पऊगा भी मैनू कोई तकलीफ हो रही है, पहले ही दसन लग जाती है। ये वाले कोरोना च पिछली बार वो चल गया भी खंघ आ, जुकाम आ, जकड़न तो बंदे ने ठीक हो, ये च नहीं ठीक होना जिन्ना चਿਰ तुसीं दवाई परहेज ना रखिया। इस करके जदों माड़े जे भी सिम्पटम्स, माड़े जे भी बॉडी इशारा देन लगे, कोई तकलीफ आए, उदों ही अपने अपने डॉक्टर नूं उदों ही संपर्क कर लो। नहीं तीजे चौथे दिन, तीजे दिन इन्हें सीधा ही जाके थोड़े अंदर जिन्हों कहते आ ऑक्सीजन की जिहड़ी लोड़ आ, तीजे चौथे दिन लोड़ ऑक्सीजन की पैन लग जाती है। इन्ना ये खराब जिहड़ा ये इस वेले है, जिहड़ा ये वेरीएंट आ, जिहड़ा ये कोरोना का खराब कर दिया। कि मैं एक दो गल्लां अखीर च ठीक आ, पंजाब सरकार नूं जरूर मिनिस्टर साहब तक कह रहे सी, एम्स के डायरैक्टर साहब नाल वो गल कर लैन, करते भी हैं। CM साहब रोज़ इन टच है, नैशनल इंस्टीट्यूट ऑफ जिहड़े ने पूना दे विच आ, उहदे नाल गल की जा सकती है, क्योंकि डॉक्टर तो इलाज करते हैं, जिहड़े साइंटिस्ट ने वो दस सकते हैं भी इहदी स्थिति अज की है। डॉक्टर भी दसदे, मैं नहीं कहना डॉक्टरों को नहीं पता, पर जिहड़े साइंटिस्ट ने वो इहदी हालात की ने, किवें किधर नूं जा रहे आ, वो भी बहुत उन्हां दी जिहड़ी आ उन्हां नाल भी
ਜਿਹੜੇ ਸਲਾਹ ਮਸ਼ਵਰਾ ਉਹਨਾਂ ਨਾਲ ਮੀਟਿੰਗ ਜ਼ਰੂਰ ਕਰਨੀ ਚਾਹੀਦੀ ਹੈ। ਸੋਸ਼ਲ ਦੁਬਾਰਾ ਮੈਂ ਇਹ ਕਹਿਣਾ, ਸੋਸ਼ਲ ਡਿਸਟੈਂਸਿੰਗ ਜਿਹੜੀ ਦੂਰੀ ਆ ਉਹ ਬਣਾ ਕੇ ਰੱਖੋ, ਮਾਸਕ ਜਿਹੜਾ ਉਹ ਪਾ ਕੇ ਰੱਖੋ, ਬਿਲਕੁਲ ਉਹ ਤੋਂ ਬਾਹਰ ਨਾ ਨਿਕਲੋ ਚਾਹੇ ਕੁਛ ਹੋ ਜਾਏ। ਤੇ ਆ ਥੋੜੇ ਦਿਨ ਨੇ ਦੁਬਾਰਾ, ਪਿਛਲੀ ਵਾਰ ਵੀ ਤਾਂ ਠੀਕ ਹੋ ਗਿਆ ਸੀ ਜਦੋਂ ਆਪਾਂ ਸਖਤੀ ਰੱਖੀ, ਜਦੋਂ ਆਪਾਂ ਅੰਦਰ ਰਹੇ। ਉਹ ਇਸ ਵਾਰ ਪਰ ਇਹ ਇਕੱਲਾ ਟੱਲੀਆਂ ਵਜਾ ਕੇ, ਇਸ ਵਾਰ ਥਾਲੀਆਂ ਵਜਾ ਕੇ ਕੰਮ ਨਹੀਂ ਚੱਲਣਾ। ਇਸ ਵਾਰ ਆਪਾਂ ਨੂੰ ਬੜੀ ਸਮਝਦਾਰੀ ਨਾਲ ਕੰਮ ਚੱਲਣਾ ਪੈਣਾ। ਇਸ ਵਾਰ ਤਾਂ ਪਤਾ ਨਹੀਂ ਟੱਲੀਆਂ ਵਾਲੇ ਵੀ ਕਿੱਥੇ ਚਲੇ ਗਏ, ਥਾਲੀਆਂ ਵਾਲੇ ਵੀ ਕਿੱਥੇ ਚਲੇ ਗਏ, ਉਹ ਵੀ ਨਹੀਂ ਆ ਰਹੇ ਮੂਹਰੇ। ਪਰ ਇਸ ਵਾਰ ਜਿਹੜਾ ਹੈ ਉਹ ਥੋੜ੍ਹਾ ਜਿਹਾ ਜਿਹੜਾ ਉਹ ਵੱਖਰੇ ਕਿਸਮ ਦਾ ਇਹ ਆ, ਧਿਆਨ ਦੇਣਾ ਬੜਾ ਜ਼ਰੂਰੀ ਆ। ਮੈਂ ਦੁਬਾਰਾ ਦੇਖ ਲਾਂ ਕੋਈ ਗੱਲ ਕਿਤੇ ਕੋਈ ਰਹਿ ਨਾ ਗਈ ਹੋਵੇ। ਪਰ ਜਿਵੇਂ ਮੈਂ ਬਾਰ-ਬਾਰ ਕਿਹਾ, ਇਹ ਦਾਨ ਆ ਜਿਹੜਾ ਇਹਦੀ ਦਿਸ਼ਾ ਜ਼ਰੂਰ ਬਦਲਣ ਦੀ ਲੋੜ ਆ। ਤੇ ਇੱਕ ਹਾਂਜੀ ਦੇਖੋ, ਇੱਕ ਗੱਲ ਮੈਂ ਹੁਣੀ ਮੇਰੇ ਸਾਥੀ ਕਹਿ ਰਹੇ ਆ, ਦੱਸ ਰਹੇ ਆ ਮੈਨੂੰ ਵੀ ਇੱਕ ਗੱਲ ਰਹਿ ਗਈ। ਇਹ ਹਾਲਾਤ ਦੇਖੋ, ਮੈਂ ਹੁਣੀ ਆ ਮੈਸੇਜ ਪੜ੍ਹ ਰਿਹਾ, ਸੜਕਾਂ ਤੇ, ਸ਼ਮਸ਼ਾਨ ਘਾਟਾਂ 'ਚ, ਹਸਪੀਟਲਾਂ 'ਚ ਡੈਡ ਬੋਡੀਜ਼ ਪਈਆਂ, ਲਾਸ਼ਾਂ ਪਈਆਂ। ਹੁਣ ਮੈਂ ਇਹ ਗੱਲ ਕਹਿ ਰਿਹਾ ਸੀ ਵੀ ਇਹ ਲੋਕਡਾਊਨ ਲਾਉਣ ਦੀ ਲੋੜ ਕੀ ਹੈ। ਲੋਕਡਾਊਨ ਇਸ ਕਰਕੇ ਨਹੀਂ ਲਾਉਣਾ ਵੀ ਕਿਸੇ ਦਾ ਨੁਕਸਾਨ ਕਰਨਾ, ਦੁਕਾਨਾਂ ਬੰਦ ਕਰਕੇ, ਫੈਕਟਰੀਆਂ ਬੰਦ ਕਰਕੇ, ਜਾਂ ਦੁਬਾਰਾ ਫੇਰ ਸਾਡੇ ਜਿਹੜੇ ਬਿਹਾਰ ਦੇ ਲੋਕ, ਯੂਪੀ ਦੇ ਲੋਕ ਆ, ਉਹਨਾਂ ਦਾ ਪਲਾਇਨ ਸ਼ੁਰੂ ਕਰਨਾ ਹੈ। ਇਹ ਬਹੁਤ ਚੀਜ਼ਾਂ ਨੇ, ਪਰ ਛੋਟਾ ਲਾਕਡਾਊਨ ਲਾਉਣਾ ਇਸ ਕਰਕੇ ਜ਼ਰੂਰੀ ਆ ਬਈ ਹਜੇ ਇੱਕ ਚੇਨ ਤੋਂ ਨਾ ਦੂਜਾ ਇਨਫਰਾਸਟ੍ਰਕਚਰ ਜਿਹੜਾ ਕਿ ਸਾਡੇ ਕੋਲ ਬਹੁਤ ਵੱਡੀ ਕਮੀ ਹੈ, ਜਿਹੜਾ ਬਾਹਰੋਂ USA, ਅਮਰੀਕਾ, ਜਰਮਨੀ ਜਾਂ ਜਿਹੜੇ ਵੀ ਦੇਸ਼ ਨੇ, ਉਹ ਆ ਇੱਕ ਹਫ਼ਤੇ ਦੇ ਵਿੱਚ ਸਾਰੀਆਂ ਚੀਜ਼ਾਂ ਹੈ ਜਿਹੜੀਆਂ ਉਹ NRIs ਜਾਂ ਜਿਹੜੇ ਨੇ ਸਾਡੇ, ਉਹ ਉਰੇ ਪਹੁੰਚ ਜਾਣਗੀਆਂ, ਪਹੁੰਚਾ ਦੇਣਗੇ। ਅੱਜ ਜਦੋਂ ਨਹੀਂ, ਰੋਜ਼ ਲੋਕ ਫਿਰ ਰਹੇ ਆ ਬਾਹਰ ਲੈ ਕੇ ਜਾ ਰਹੇ, ਸਾਡੇ ਕੋਲ ਪ੍ਰਬੰਧ ਨਹੀਂ ਗਾ। ਹੁਣ ਜਦੋਂ ਸਾਰੇ ਮੁਲਕ ਲੱਗ ਗਏ ਨੇ, ਸਾਡੇ ਵੱਲ ਧਿਆਨ ਉਹਨਾਂ ਦਾ ਹੋ ਗਿਆ ਤੇ ਉਹ ਚੀਜ਼ਾਂ ਪਹੁੰਚਾ ਰਹੇ ਆ, ਤੇ ਇਹ ਇਨਫਰਾਸਟ੍ਰਕਚਰ ਸਾਰਾ ਕੁਝ ਤਿਆਰ ਕਰਨ ਲਈ, ਪੂਰਾ ਕਰਨ ਲਈ, ਜੇ ਆਪਾਂ ਘੱਟੋ ਘੱਟ ਇੱਕ ਹਫ਼ਤੇ ਦਾ ਜਾਂ 9 ਦਿਨ ਦਾ, 10 ਦਿਨ ਦਾ ਇਹ ਟਾਈਮ ਮਿਲ ਜਾਏਗਾ, ਥੋੜ੍ਹਾ ਡਾਕਟਰਸ ਨੂੰ ਵੀ ਸਾਹ ਆ ਜਾਏਗਾ, ਜਿਹੜੇ ਸਰਕਾਰਾਂ ਹੈ ਉਹ ਵੀ ਬੰਦੋਬਸਤ ਕਰ ਲੈਣਗੀਆਂ, ਜਿਹੜਾ ਪ੍ਰੈਸ਼ਰ ਆ ਲੋਕਾਂ 'ਤੇ ਉਹ ਵੀ ਘਟੇਗਾ, ਅੰਦਰ ਬਹਿ ਕੇ ਥੋੜ੍ਹਾ ਬਿਮਾਰੀ ਆ ਜਿਹੜੀ ਇੱਕ ਬਾਹਰੋਂ ਲੈ ਕੇ ਅੰਦਰ ਲੈ ਆਉਣ ਦਾ, ਉਹ ਵੀ ਘਟੇਗਾ। ਮੈਂ ਲੋਕਡਾਊਨ ਇਸ ਕਰਕੇ ਕਹਿ ਰਿਹਾ, ਕੋਈ ਲੋਕਡਾਊਨ ਕੋਈ ਮੈਂ ਆਪਣੀ ਮਰਜ਼ੀ ਨਾਲ ਜਾਂ ਮੈਂ ਸੋਚ ਕੇ ਬੈਠ ਕੇ ਇਹ ਗੱਲ ਨਹੀਂ ਕਹਿ ਰਹੀ। ਇਹ ਕਿਉਂਕਿ ਤਿਆਰੀ ਹੋ ਜਾਏਗੀ, ਸਾਰਾ ਸਮਾਨ ਆ ਜਿਹੜਾ ਉਹ ਆ ਜਾਏਗਾ, ਤੇ ਸਾਰਾ ਜਿਹੜਾ ਅਪਗ੍ਰੇਡ ਕਰਨਾ ਹੈ, ਗਵਰਨਮੈਂਟ ਨੇ ਜਿਹੜੇ ਆਪਣੇ ਹਸਪੀਟਲ ਨੇ, ਉਹ ਕੋਈ ਵੀ ਮਸ਼ੀਨਰੀ ਹੋਰ ਲੈ ਕੇ ਆਉਣੀ ਆ, ਪ੍ਰਬੰਧ ਹੋਰ ਕਰਨੇ ਆ, ਤੇ ਉਹ ਥੋੜ੍ਹਾ ਜਿਹਾ ਉਹਨੇ 'ਚ ਸਾਹ ਆ ਜਾਏਗਾ। ਉਹਨੇ 'ਚ ਜਿਹੜੀ ਆਕਸੀਜਨ ਦੀ ਇੱਕਦਮ ਜ਼ਿਆਦਾ ਲੋੜ ਪੈ ਰਹੀ ਹੈ, ਜਦੋਂ ਅੰਦਰ ਜਾਵਾਂਗੇ ਤਾਂ ਕੁਝ ਪੇਸ਼ੈਂਟ ਘਟਣਗੇ, ਤੇ ਉਹਦੇ ਨਾਲ ਜਿਹੜਾ ਪਿੱਛੋਂ ਇੱਕਦਮ ਕਮੀ ਆਈ ਹੋਈ ਹੈ ਉਹ ਥੋੜ੍ਹੀ ਬਹੁਤੀ ਪੂਰੀ ਹੋ ਜਾਏਗੀ। ਇਸ ਕਰਕੇ ਮੇਰੀ ਫੇਰ ਬੇਨਤੀ ਆ, ਪ੍ਰਾਈਮ ਮਿਨਿਸਟਰ ਸਾਹਿਬ, ਇਹ ਗੱਲ ਜਿੱਥੇ ਤੱਕ ਮੇਰੀ ਪਹੁੰਚ ਸਕਦੀ ਹੈ, ਮੁੱਖ ਮੰਤਰੀ ਸਾਹਿਬ ਸਾਡੇ ਪੰਜਾਬ ਦੇ, ਉਹਨਾਂ ਤੱਕ ਇਹ ਲਾਕਡਾਊਨ ਜਿਹੜਾ ਹੈ ਇਹ ਕਿਸ ਤਰੀਕੇ ਨਾਲ ਕਰਨਾ ਹੈ, ਕਦ ਕਰਨਾ ਹੈ, ਪਰ ਇਹਦੀ ਬਹੁਤ ਵੱਡੀ ਅੱਜ ਜ਼ਰੂਰਤ ਆ। ਇਹਦੇ ਬਗੈਰ ਹਾਲਾਤ ਨੇ ਜਿਹੜੇ ਉਹ ਸੁਧਾਰ ਵੱਲ ਨਹੀਂ ਜਾਣੇ। ਮੇਰੀ ਜਿੰਨੀ ਸਮਝ ਆ, ਇਹ ਲਾਕਡਾਊਨ ਇਸ ਵੇਲੇ ਲਾਉਣਾ ਲੋਕਾਂ ਦੀ ਜ਼ਿੰਦਗੀਆਂ ਬਹੁਤ ਜ਼ਰੂਰੀ ਹੈ। ਪੈਸੇ ਦੀ ਕਮਾਈ ਹੋ ਜੂਗੀ, ਘਾਟੇ ਪੂਰੇ ਹੋ ਜਾਣਗੇ, ਮਦਦਾਂ ਕਰ ਦਿਓ ਤੁਸੀਂ ਸਰਕਾਰਾਂ, ਹੋਰ ਕਰ ਦਿਓ ਜੋ ਕਰ ਹੋਊਗਾ, ਪਰ ਦੁਬਾਰਾ ਜਿਹਦੀ ਜਾਨ ਚਲੀ ਗਈ, ਜਿਹਦਾ ਬਾਪ ਚਲਾ ਗਿਆ, ਜਿਹਦੀ ਮਾਤਾ ਮਦਰ ਚਲੀ ਗਈ, ਜਿਹਦਾ ਬੱਚਾ ਚਲਾ ਗਿਆ, ਉਹ ਜ਼ਿੰਦਗੀ 'ਚ ਦੁਬਾਰਾ ਨਹੀਂ ਆਉਂਦੀ। ਉਹ ਪੀੜ੍ਹੀ ਇੱਕ ਆ ਜਿਹੜੀ ਉਹ ਖਤਮ ਹੋ ਜਾਂਦੀ ਹੈ। ਤੇ ਇਸ ਕਰਕੇ ਇਹਦੇ ਬਾਰੇ ਜਲਦੀ ਤੋਂ ਜਲਦੀ ਸੋਚਿਆ ਜਾਵੇ। ਪ੍ਰਬੰਧ ਸਾਨੂੰ ਦੇਖੇ ਥੱਲੇ ਸਾਡੇ ਕੋਲ ਕਿੰਨੇ ਨੇ, ਹਾਲਾਤ ਕੀ ਨੇ, ਡੈਥ ਰੇਟ ਕੀ ਆ, ਤੇ ਇਹ ਵੀ ਪਤਾ ਲੱਗ ਗਿਆ ਵੀ ਲੱਖਾਂ 'ਚ ਜਦੋਂ ਕੇਸ ਹੋ ਰਹੇ ਆ, 4 ਲੱਖ ਕੇਸ, ਤੁਸੀਂ ਅੰਦਾਜ਼ਾ ਤਾਂ ਲਾਓ
ਕਿੱਥੇ ਬੈੱਡ ਦਓਗੇ, ਕਿੱਥੋਂ ਆਕਸੀਜਨ ਦਓਗੇ। ਇਸ ਕਰਕੇ ਥੋੜ੍ਹਾ ਚਿਰ ਲੋਕਡਾਊਨ ਲਾਓ, ਮੇਰੀ ਤਾਂ ਬਾਰ-ਬਾਰ ਇਹ ਬੇਨਤੀ ਆ। ਬਾਕੀ ਲੁਧਿਆਣੇ ਵਾਲੇ ਖਾਸ ਤੌਰ ਤੇ ਮੇਰਾ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ, ਰੱਬ ਦੇ ਵਾਸਤੇ ਜਿਹੜੀ ਲਕਸ਼ਮਣ ਰੇਖਾ ਹੈ ਉਹ ਬਣਾ ਲਓ। ਹਫ਼ਤਾ 10 ਦਿਨ ਅੰਦਰ ਰਹੋ। ਜ਼ਰੂਰਤ ਦੀ ਚੀਜ਼ ਆ, ਆਟਾ, ਨੂਨ, ਤੇਲ ਜੋ ਵੀ ਹੈ ਉਹ ਆਪਣਾ ਅੰਦਰ ਲਿਆ ਕੇ ਰੱਖ ਲਓ, ਹਫ਼ਤਾ ਨਾ ਜਾਓ। ਮੈਂ ਸਮਝਦਾ ਦੇਸ਼ ਵੀ ਬਾਜੂ, ਪੰਜਾਬ ਵੀ ਬਾਜੂ ਤੇ ਤੁਸੀਂ ਵੀ ਬਾਜੋਗੇ। ਜੇ ਜਿਉਂਦੇ ਹੋ ਤਾਂ ਜਹਾਨ ਆ, ਜੇ ਜਾਨ ਆ ਤਾਂ ਜਹਾਨ ਆ। ਇਸ ਕਰਕੇ ਇੰਨੀ ਗੱਲ ਕਹਿੰਦਾ ਹੋਇਆ, ਜੇ ਗਲਤੀ ਕਹੀ ਗਈ, ਕੋਈ ਧਰਮ ਦੇ ਨਾਂ ਤੇ ਕੋਈ ਗੱਲ ਗਲਤ ਕਹੀ ਗਈ, ਕਿਸੇ ਨੂੰ ਕੋਈ ਚੋਟ ਲੱਗੀ ਆ, ਮੈਂ ਉਸ ਲਈ ਹੱਥ ਜੋੜ ਕੇ ਤੁਹਾਤੋਂ ਇਸ ਗੱਲ ਦੀ ਮਾਫੀ ਮੰਗਦਾ। ਧੰਨਵਾਦ। ਜੈ